Everyone in this world has a philosophy of life. ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਜਿਹੜੇ ਹੈਗੀ ਧਾਰਨਾ ਹੁੰਦੀ ਹੈਗੀ ਹੈ ਜੀਵਨ ਕਿਸ ਤਰ੍ਹਾਂ ਹੈਗਾ। There are thousands of variations, ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਪ੍ਰਕਾਰ ਦੇ ਸੋਚ ਵਿਚਾਰ। but you can summarize in and bring it down to two things: ਤੁਸੀਂ ਸਾਰਾਂਸ਼ ਦੇ ਅੰਦਰ ਦੋ ਚੀਜ਼ਾਂ ਕਹਿ ਸਕਦੇ ਹੋ, the world's philosophy and Christian philosophy. ਦੁਨੀਆ ਦਾ ਸਿਧਾਂਤ ਜਿਹੜਾ ਹੈਗਾ ਔਰ ਮਸੀਹਾਂ ਦਾ। The philosophy of the world is it's my life. ਦੁਨੀਆ ਦਾ ਸਿਧਾਂਤ ਇਹ ਹੈਗਾ ਕਿ ਇਹ ਮੇਰਾ ਜੀਵਨ ਆ। It is man-centered and self-centered view of existence. ਉਹ ਹੈਗਾ ਕਿ ਵੀ ਤੁਸੀਂ ਆਪਣੇ ਬਾਰੇ ਸਾਰਾ ਸਮੇਂ ਸੋਚਦੇ ਹੋ। The Christian philosophy is it is not my will but God's. ਮਸੀਹਾਂ ਦੀ ਜਿਹੜੀ ਇਹ ਸਿਧਾਂਤ ਇਹ ਹੈਗਾ ਜੀਵਨ ਦਾ ਕਿ ਇਹ ਮੇਰੀ ਇੱਛਾ ਨਹੀਂ ਪਰਮੇਸ਼ਵਰ ਦੀ। It is a God-centered view of existence. ਇਹ ਹੈਗਾ ਕਿ ਪਰਮੇਸ਼ਵਰ ਜਿਹੜਾ ਹੈਗਾ ਸਾਰੀ ਸ੍ਰਿਸ਼ਟੀ ਦੇ ਵਿਚਕਾਰ ਹੈਗੇ ਨੇ। These two philosophies are opposed and they can never be compatible. ਇਹ ਦੋਨੋਂ ਸਿਧਾਂਤ ਜਿਹੜੇ ਹੈਗੇ ਇੱਕ ਦੂਜੇ ਦੇ ਅਲੱਗ ਹੋ ਗਏ ਨੇ। The reason is one is natural reason, the other is revelation. ਇਹਦਾ ਰੀਜ਼ਨ ਇਹ ਹੈਗਾ ਕਿ ਇੱਕ ਚੀਜ਼ ਜਿਹੜੀ ਹੈ ਪ੍ਰਕਿਰਤਿਕ ਹੈਗੀ ਹੈ ਜਿਹੜੀ ਸਮਝ ਆਉਂਦੀ ਹੈਗੀ ਹੈ ਔਰ ਦੂਜੀ ਜਿਹੜੀ ਹੈਗੀ ਹੈ ਪ੍ਰਕਾਸ਼ਿਤ ਕੀਤੀ ਗਈ ਪਰਮੇਸ਼ਵਰ ਕੋਲੋਂ। One is natural, the other is supernatural. ਇੱਕ ਜਿਹੜੀ ਹੈਗੀ ਹੈ ਪ੍ਰਕਿਰਤਿਕ ਹੈਗੀ ਹੈ ਔਰ ਇੱਕ ਜਿਹੜੀ ਹੈਗੀ ਹੈ ਪਰਮੇਸ਼ਵਰ ਕੋਲੋਂ। One is theism and one is atheism. ਇੱਕ ਜਿਹੜਾ ਹੈਗਾ ਉਹ ਪਰਮੇਸ਼ਵਰ 'ਚ ਵਿਸ਼ਵਾਸ ਕਰਦਾ ਹੈਗਾ, ਦੂਜਾ ਕਹਿੰਦਾ ਹੈ ਕਿ ਕੋਈ ਪਰਮੇਸ਼ਵਰ ਹੈ ਹੀ ਕੋਈ ਨਹੀਂ। They are not two sides of a coin, but they are different coins altogether. ਇਹ ਇੱਕ ਸਿੱਕੇ ਦੇ ਦੋ ਪਹਿਲੂ ਨਹੀਂ ਹੈਗੇ, ਬਿਲਕੁਲ ਵੱਖਰੇ ਸਿੱਕੇ ਹੈਗੇ। No person will understand the Christian philosophy till he or she receives Christ as their personal savior. ਕੋਈ ਵੀ ਜਿਹੜਾ ਹੈਗਾ ਮਸੀਹੀ ਸਿਧਾਂਤ ਨੂੰ ਤਦ ਤੱਕ ਨਹੀਂ ਸਮਝ ਪਾਉਂਦਾ ਜਦ ਤੱਕ ਪਰਮੇਸ਼ਵਰ ਨੂੰ ਜਿਹੜਾ ਹੈਗਾ ਪ੍ਰਭੂ ਯਿਸੂ ਨੂੰ ਅਪਣਾਉਂਦਾ ਨਹੀਂ ਹੈਗਾ। The character promoted by the world today is worldliness. ਅੱਜ ਕੱਲ੍ਹ ਜਿਹੜਾ ਹੈਗਾ ਜਿਹੜਾ ਕਰੈਕਟਰ ਦੁਨਿਆਵੀ ਰੂਪ ਦੇ ਕਿਹਾ ਜਾਂਦਾ ਹੈਗਾ ਉਹ ਹੈਗਾ ਦੁਨੀਆ ਦੀ ਲੋਭ। But the Bible promotes godliness. ਲੇਕਿਨ ਬਾਈਬਲ ਜਿਹੜਾ ਹੈਗਾ ਉਹ ਪ੍ਰੋਤਸਾਹਿਤ ਕਰਦਾ ਹੈਗਾ ਕਿ ਤੁਸੀਂ ਪਵਿੱਤਰਤਾਈ ਦੀ ਓਰ ਜਾਓ। The title today is a bit intriguing. I have titled this message today as the respectable sin. ਅੱਜ ਦਾ ਸ਼ੀਰਸ਼ਕ ਜਿਹੜਾ ਹੈਗਾ ਉਹ ਹੈਗਾ ਕਿ ਆਦਰਪੂਰਨ ਜਿਹੜਾ ਹੈਗਾ ਪਾਪ। This sin is so respectable that it has started to become very acceptable in today's church. ਇਹ ਪਾਪ ਜਿਹੜਾ ਹੈਗਾ ਇੰਨਾ ਆਦਰਪੂਰਨ ਹੈਗਾ ਕਿ ਕਲੀਸਿਆ ਦੇ ਅੰਦਰ ਜਿਹੜਾ ਹੈਗਾ ਸਵੀਕਾਰ ਕੀਤਾ ਜਾਣ ਲੱਗਾ ਹੈਗਾ। The sin of worldliness. ਇਹ ਦੁਨਿਆਵੀ ਲੋਭ ਦਾ ਪਾਪ। The scripture clearly distinguishes between worldliness and godliness. ਵਚਨ ਦੇ ਅੰਦਰ ਸਪਸ਼ਟ ਰੂਪ ਦੇ ਅੰਦਰ ਦੱਸਿਆ ਗਿਆ ਹੈਗਾ ਕਿ ਦੁਨੀਆ ਦਾ ਲੋਭ ਔਰ ਪਰਮੇਸ਼ਵਰ ਦਾ ਪਿਆਰ ਜਿਹੜਾ ਹੈ ਵੱਖਰਾ ਹੈਗਾ। Sometimes we cross the line. ਕਈ ਵਾਰ ਜਿਹੜਾ ਹੈਗਾ ਅਸੀਂ ਲਾਈਨ ਤੋਂ ਅੱਗੇ ਚਲੇ ਜਾਂਦੇ ਹਾਂ। As Christians, we sometimes get sucked up in this lie which is spread by Satan. ਸ਼ੈਤਾਨ ਨਾਲ ਜਿਹੜਾ ਹੈਗਾ ਉਹ ਝੂਠ ਬੋਲਿਆ ਹੈਗਾ ਉਹਦੇ ਪਿੱਛੇ ਕਈ ਵਾਰੀ ਅਸੀਂ ਚੱਲ ਪੈਂਦੇ ਹਾਂ। We think we can have the cake and eat it too. ਅਸੀਂ ਕਈ ਵਾਰ ਸੋਚਦੇ ਹਾਂ ਕਿ ਅਸੀਂ ਉਹ ਕੇਕ ਖਾ ਵੀ ਸਕਨੇ ਹੈਗੇ ਹਾਂ। We sometimes think religiousness is spiritualness. ਕਈ ਵਾਰੀ ਅਸੀਂ ਸੋਚਦੇ ਹੈਗੇ ਹਾਂ ਕਿ ਧਾਰਮਿਕਤਾ ਜਿਹੜੀ ਹੈਗੀ ਹੈ ਉਹੀ ਪਵਿੱਤਰਤਾ ਹੀ ਹੈਗੀ ਹੈ। Nothing can be further than the truth. ਇਹ ਤੋਂ ਸੱਚ ਜਿਹੜਾ ਹੈਗਾ ਬੜਾ ਦੂਰ ਹੈਗਾ। Godliness and worldliness are parallel. They can never meet. ਪਰਮੇਸ਼ਵਰ ਦੇ ਪਿੱਛੇ ਚੱਲਣਾ ਔਰ ਜਿਹੜਾ ਹੈਗਾ ਔਰ ਦੁਨੀਆ ਦੇ ਪਿੱਛੇ ਚੱਲਣਾ ਬਿਲਕੁਲ ਵਿਪਰੀਤ ਹੈਗੇ ਨੇ। There is no middle ground. ਔਰ ਦੋਨਾਂ ਦੇ ਅੰਦਰ ਕੋਈ ਸਮਾਨਤਾ ਨਹੀਂ। It's either hot or cold. ਜਾਂ ਗਰਮ ਜਾਂ ਠੰਡਾ। In Revelation 3:16, the Lord Jesus said that he will spit out the lukewarm people. ਪ੍ਰਕਾਸ਼ਿਤ ਵਾਕਿਆ 3:16 ਦੇ ਅੰਦਰ ਪਰ ਪ੍ਰਭੂ ਨੇ ਕਿਹਾ ਹੈਗਾ ਕਿ ਜਿਹੜੇ ਗੁਨਗੁਨੇ ਲੋਕ ਹੋਣਗੇ ਉਹਨਾਂ ਨੂੰ ਮੈਂ ਜਿਹੜਾ ਹੈਗਾ ਬਾਹਰ ਕੱਢ ਦਿਆਂਗਾ। Worldliness at its core is selfishness. ਦੁਨਿਆਵੀ ਚੀਜ਼ ਜਿਹੜੀ ਹੈਗੀ ਹੈ ਉਹ ਅੰਦਰ ਰੂਪ ਨਾਲ ਜਿਹੜਾ ਹੈਗਾ ਤੁਹਾਡੇ ਆਪਣੇ ਵਿਅਕਤੀਗਤ ਰੂਪ ਦੇ ਬਾਰੇ ਸੋਚਦੀ ਹੈ। Godliness at its core is selflessness. ਔਰ ਪਰਮੇਸ਼ਵਰ ਦੇ ਪਿੱਛੇ ਚੱਲਣਾ ਜਿਹੜਾ ਹੈਗਾ ਉਹ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਭੁੱਲ ਜਾਓ। One looks inward, the other looks outward. ਇੱਕ ਚੀਜ਼ ਜਿਹੜੀ ਹੈ ਆਪਣੇ ਆਪ ਨੂੰ ਦੇਖਦੀ ਹੈ, ਦੂਜੀ ਚੀਜ਼ ਜਿਹੜੀ ਹੈਗੀ ਹੈ ਬਾਹਰ ਦੇਖਦੀ ਹੈ। One says my will be done. ਇੱਕ ਚੀਜ਼ ਕਹਿੰਦੀ ਹੈ ਕਿ ਮੇਰੀ ਇੱਛਾ ਪੂਰੀ ਹੋਏ। The other says God's will be done. ਦੂਜੀ ਚੀਜ਼ ਕਹਿੰਦੀ ਹੈ ਪਰਮੇਸ਼ਵਰ ਦੀ ਇੱਛਾ ਪੂਰੀ ਹੋਏ। So what is worldliness? ਤੇ ਦੁਨਿਆਵੀ ਚੀਜ਼ ਕੀ ਹੈ? Worldliness is world likeness. ਦੁਨਿਆਵੀ ਚੀਜ਼ ਜਿਹਦਾ ਅਰਥ ਹੈਗਾ ਕਿ ਦੁਨੀਆ ਦੇ ਨਾਲ ਜਿਹੜਾ ਤੁਸੀਂ ਪ੍ਰੇਮ ਜਿਹੜਾ ਰੱਖਦੇ ਹੋ। Worldliness is the sin that drives a wedge into the heart of the Christian.
ਇਹ ਦੁਨਿਆਵੀ ਲੋਭ ਜਿਹੜਾ ਹੈਗਾ ਹੈ, ਇਹ ਦਿਲ ਜਿਹੜਾ ਹੈਗਾ ਇਹਨੂੰ ਤਿੱਤਰ ਬਿੱਤਰ ਕਰ ਦਿੰਦਾ ਹੈਗਾ dividing his own will from God's will. ਕਿ ਆਪਣੀ ਇੱਛਾ ਜਿਹੜੀ ਹੈਗੀ ਹੈ ਪਰਮੇਸ਼ਰ ਦੀ ਇੱਛਾ ਤੋਂ ਵੱਖਰਾ ਕਰ ਦਿੰਦਾ ਹੈ। Doesn't allow the Christian to fulfill God's will. ਉਹ ਜਿਹੜਾ ਹੈਗਾ ਮਸੀਹਤ ਨੂੰ ਜਿਹੜਾ ਹੈਗਾ ਅੱਗੇ ਨਹੀਂ ਚੱਲਣ ਦਿੰਦਾ ਹੈਗਾ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ। Worldliness is sin. ਦੁਨਿਆਵੀ ਚੀਜ਼ ਜਿਹੜੀ ਹੈਗੀ ਹੈ ਦੇ ਲੋਭ ਕਰਨਾ ਪਾਪ ਹੈ। Worldliness is conforming to the world. ਇਹ ਦੁਨਿਆਵੀ ਚੀਜ਼ ਜਿਹੜਾ ਹੈ ਕਿ ਵੀ ਤੁਸੀਂ ਦੁਨੀਆ ਦੇ ਅਸੂਲਾਂ ਦੇ ਨਾਲ ਚੱਲਦੇ ਪਏ ਹੋ। Most Christians think worldliness means you drinking, smoking and all those things. ਜ਼ਿਆਦਾਤਰ ਮਸੀਹ ਲੋਕ ਇਹ ਸੋਚਦੇ ਹੈਗੇ ਕਿ ਦੁਨਿਆਵੀ ਚੀਜ਼ਾਂ ਦੇ ਪਿੱਛੇ ਚੱਲਣ ਦਾ ਅਰਥ ਹੈਗਾ ਕਿ ਤੁਸੀਂ ਸਿਗਰਟ ਪੀਂਦੇ ਹੋ ਜਾਂ ਦਾਰੂ ਪੀਂਦੇ ਹੋ। This is a manifestation of the world, but the real worldliness is more subtle and devastating. ਇਹ ਚੀਜ਼ਾਂ ਕਰਨਾ ਜਿਹੜਾ ਹੈਗਾ ਇਹ ਹੈਗਾ ਕਿ ਤੁਸੀਂ ਦੁਨੀਆ ਦੇ ਪਿੱਛੇ ਚੱਲਦੇ ਪਏ ਹੈਗੇ ਹੋ, ਲੇਕਿਨ ਉਹਦੇ ਪਿੱਛੇ ਕੀ ਚੀਜ਼ ਹੈਗੀ ਹੈ ਉਹ ਜ਼ਿਆਦਾ ਘਾਤਕ ਚੀਜ਼ ਹੈਗੀ ਹੈ। Many people in history have tried to escape this worldliness. ਇਤਿਹਾਸ ਦੇ ਅੰਦਰ ਜਿਹੜਾ ਹੈਗਾ ਕਈ ਲੋਕਾਂ ਨੇ ਜਿਹੜਾ ਹੈਗਾ ਦੁਨਿਆਵੀ ਚੀਜ਼ਾਂ ਤੋਂ ਹਟਣ ਦੀ ਕੋਸ਼ਿਸ਼ ਕੀਤੀ ਹੈ। They have isolated themselves. ਆਪਣੇ ਆਪ ਨੂੰ ਇਕਾਂਤ ਚ ਕਰ ਲਿੱਤਾ ਹੈ। In the 5th century, Simon the Stylite tried to escape it. 5ਵੀਂ ਸਦੀ ਦੇ ਅੰਦਰ ਜਿਹੜਾ ਹੈਗਾ ਸਾਈਮਨ ਸਕਾਈਲੇਟ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਇਹ ਤੋਂ ਹਟਾਉਣਾ ਚਾਹੁੰਦਾ ਸੀ। You may not know it, but he built a 20-foot tower and built a platform and lived in it, thinking he will get away from the worldliness. ਉਹਨੇ ਜਿਹੜਾ ਹੈਗਾ ਇੱਕ ਇਮਾਰਤ ਖੜੀ ਕੀਤੀ 20 ਫੁੱਟ ਦੀ ਜਿਹੜੀ ਹੈਗੀ ਹੈ ਔਰ ਉਹਦੇ ਅੰਦਰ ਰਹਿਣਾ ਸ਼ੁਰੂ ਕਰ ਦਿੱਤਾ ਕਿ ਵੀ ਮੈਂ ਦੁਨਿਆਵੀ ਚੀਜ਼ਾਂ ਤੋਂ ਹਟ ਜਾਵਾਂਗਾ। Still he could not escape the worldliness. ਲੇਕਿਨ ਦੁਨਿਆਵੀ ਚੀਜ਼ਾਂ ਤੋਂ ਉਹਦਾ ਮਨ ਫਿਰ ਵੀ ਨਹੀਂ ਹਟਿਆ। Some Christians have gone to the other extreme. ਕਈ ਮਸੀਹ ਜਿਹੜੇ ਹੈਗੇ ਦੂਜੀ ਸੀਮਾ ਤੇ ਚਲੇ ਗਏ ਨੇ। They have become much like the world and there is hardly any difference. ਔਰ ਉਹ ਦੁਨਿਆਵੀ ਚੀਜ਼ਾਂ ਦੇ ਵਿੱਚ ਇੰਨਾ ਰੁਲ ਪਏ ਗਏ ਕਿ ਉਹਨਾਂ 'ਚ ਫਰਕ ਹੀ ਨਹੀਂ ਪਤਾ ਚੱਲਦਾ। They think they are trying to reach the unbelievers. ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਅਵਿਸ਼ਵਾਸੀ ਲੋਕਾਂ ਦੇ ਕੋਲ ਜਾਂਦੇ ਪਏ ਹੈਗੇ ਆ। But sometimes they compromise the biblical principles. ਲੇਕਿਨ ਸਮਝੌਤਾ ਕਰ ਲੈਂਦੇ ਹੈਗੇ ਨੇ ਉਹ ਸਿਧਾਂਤਾਂ ਦੇ ਨਾਲ ਜਿਹੜੇ ਮਸੀਹਤ ਦੇ ਹੈਗੇ। 1 John 2:15 to 17 is the gold standard of worldliness. ਦੁਨਿਆਵੀ ਦਾ ਜਿਹੜਾ ਹੈਗਾ 골ਡ ਸਟੈਂਡਰਡ ਜਿਹੜਾ ਹੈਗਾ ਉਹ ਪਹਿਲਾ ਯੋਹੰਨਾ 2:15-17 ਚ ਲਿਖਿਆ ਗਿਆ। Love not the world, neither the things that are in the world. If any man love the world, the love of the Father is not in him. For all that is in the world, the lust of the flesh, the lust of the eyes, and the pride of life is not of the Father, but is of the world. The world passeth away, and the lust thereof, but he that doeth the will of God abideth forever. तुम ना तो संसार से और ना संसार में की वस्तुओं से प्रेम रखो। यदि कोई संसार से प्रेम रखता है तो उसमें पिता का प्रेम नहीं है, क्योंकि जो कुछ संसार में है अर्थात शरीर की अभिलाषा और आँखों की अभिलाषा और जीविका का घमंड वह पिता की ओर से नहीं परंतु संसार की ही ओर से है। और संसार और उसकी अभिलाषाएं दोनों मिटते जाते हैं, पर जो परमेश्वर की इच्छा पर चलता है वह सर्वदा बना रहेगा। The Bible draws a line here. ਬਾਈਬਲ ਨੇ ਇਹਨਾਂ ਨੂੰ ਜਿਹੜਾ ਹੈਗਾ ਵਿਛਿਦ ਕਰਤਾ ਹੈਗਾ। Either you love God or you love the world. ਜਾਂ ਤੁਸੀਂ ਪਰਮੇਸ਼ਰ ਦੇ ਨਾਲ ਪ੍ਰੇਮ ਰੱਖਦੇ ਹੋ ਜਾਂ ਦੁਨੀਆ ਦੇ ਨਾਲ। You cannot have both. ਤੁਸੀਂ ਦੋਨੋਂ ਨਹੀਂ ਕਰ ਸਕਦੇ। But before we get into it, I want to distinguish what the world means as per the scripture. ਇਹ ਤੋਂ ਅੱਗੇ ਚੱਲਣ ਤੋਂ ਪਹਿਲਾਂ ਜਿਹੜਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਦੁਨੀਆ ਅਰਥ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਹੈ ਇਹਦਾ ਕੀ ਅਰਥ ਹੈਗਾ ਵਚਨ ਦੇ ਅੰਦਰ। The word world in Greek is cosmos. ਵਰਲਡ ਜਿਹੜਾ ਹੈਗਾ ਸ਼ਬਦ ਉਹ ਕਾਸਮੋਸ ਇਸਤੇਮਾਲ ਕੀਤਾ ਗਿਆ ਯੂਨਾਨੀ ਭਾਸ਼ਾ ਦੇ ਅੰਦਰ। I feel it's a favorite word of John. ਇਹ ਯੋਹੰਨਾ ਦਾ ਜਿਹੜਾ ਹੈਗਾ ਬਹੁਤ ਇਸਤੇਮਾਲ ਕੀਤਾ ਹੋਇਆ ਲਫ਼ਜ਼ ਹੈਗਾ। In the letters he has used it 23 times. ਆਪਣੀ ਚਿੱਠੀਆਂ ਦੇ ਅੰਦਰ ਜਿਹੜਾ ਹੈਗਾ 23 ਵਾਰ ਇਹਦਾ ਇਸਤੇਮਾਲ ਕੀਤਾ ਉਹਨੇ। 59 times in his epistle. ਔਰ ਪੂਰੇ 59 ਵਾਰ ਜਿਹੜਾ ਹੈਗਾ ਸਾਰੀ ਚਿੱਠੀਆਂ ਦੇ ਅੰਦਰ ਕੀਤਾ ਗਿਆ ਇਸਤੇਮਾਲ। And 7 times in the book of Revelation. ਔਰ ਪ੍ਰਕਾਸ਼ਿਤ ਵਾਕਿਆ ਦੇ ਅੰਦਰ 7 ਵਾਰ ਇਸਤੇਮਾਲ ਕੀਤਾ ਗਿਆ। All other writers of the New Testament have used it only 117 times. ਬਾਕੀ ਜਿੰਨੇ ਵੀ ਲੇਖਕ ਹੈਗੇ ਨੇ ਉਹਨਾਂ ਨੇ ਜਿਹੜਾ ਹੈਗਾ 117 ਵਾਰ ਇਸਤੇਮਾਲ ਕੀਤਾ। In its basic sense, it is the created world of God. ਇਹਦਾ ਜਿਹੜਾ ਹੈਗਾ ਅਰਥ ਹੈਗਾ ਕਿ ਪਰਮੇਸ਼ਰ ਨੇ ਜਿਸ ਸ੍ਰਿਸ਼ਟੀ ਦੀ ਜਿਹੜੀ ਰਚਨਾ ਕੀਤੀ ਹੈ ਉਹ ਦੁਨੀਆ। In John 3:16 it's also applied to the people of the world. ਯੋਹੰਨਾ 3:16 ਦੇ ਅੰਦਰ ਜਿਹੜੇ ਲੋਕ ਹੈਗੇ ਨੇ ਦੁਨੀਆ ਦੇ ਉਹਨਾਂ ਦੇ ਉੱਤੇ ਵੀ ਲਾਗੂ ਹੈ। In that sense, there is nothing wrong in enjoying the creation of God's word.
ਉਸ ਮਤਲਬ ਦੇ ਆਧਾਰ ਦੇ ਉੱਤੇ ਜੋ ਪਰਮੇਸ਼ਵਰ ਨੇ ਰਚਨਾ ਬਣਾਈ ਹੈਗੀ ਹੈ ਉਹਦੇ ਤੁਸੀਂ ਆਨੰਦ ਉਠਾਓ, ਉਹੀ ਚੀਜ਼ਾਂ ਦਾ ਕੋਈ ਗਲਤ ਨਹੀਂ ਹੈਗਾ। But the Bible uses the word world in another sense. ਲੇਕਿਨ ਪਰਮੇਸ਼ਵਰ ਨੇ ਜਿਹੜਾ ਹੈਗਾ ਵਚਨ ਦੇ ਅੰਦਰ ਜਿਹੜਾ ਹੈਗਾ ਇਹ ਸ਼ਬਦ ਅਲੱਗ ਤਰ੍ਹਾਂ ਇਸਤੇਮਾਲ ਕੀਤਾ ਗਿਆ। It is the spiritual evil sense organized under Satan. ਇਹ ਜਿਹੜਾ ਰੂਹਾਨੀ ਰੂਪ ਦੇ ਅੰਦਰ ਸ਼ੈਤਾਨ ਦੇ ਥੱਲੇ ਜਿਹੜੀ ਜੋ ਕਪਟੀ ਚੀਜ਼ਾਂ ਜਿਹੜੀ ਪਾਪੀ ਚੀਜ਼ਾਂ ਕੀਤੀਆਂ ਗਈਆਂ ਇਕੱਠੀਆਂ ਕੀਤੀਆਂ ਗਈਆਂ ਉਹਨਾਂ ਨੂੰ ਕਿਹਾ ਹੈਗਾ। It is the spiritual world of Satan. ਇਹ ਜਿਹੜਾ ਹੈਗਾ ਰੂਹਾਨੀ ਜੀਵਨ ਦੁਨੀਆ ਹੈਗੀ ਹੈ ਸ਼ੈਤਾਨ ਦੀ। It is what is described in Ephesians 6 chapter 10th verse onwards, talks about the hierarchy of evil. ਇਫੀਸੀਓਂ ਦੇ ਅੰਦਰ ਜਿਹੜਾ ਹੈਗਾ ਜਿਹੜਾ ਉਹਨਾਂ ਨੇ ਕਿਹਾ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਪਾਪੀ ਜਿਹੜੀ ਚੀਜ਼ਾਂ ਹੈਗੀਆਂ ਉਹਨਾਂ ਦੀ ਹਾਇਰਾਰਕੀ ਕੀ ਹੈਗੀ ਹੈ। 1 John 5:19 says like this. ਪਹਿਲਾ ਯੋਹਨਾ 5:19 ਚ ਲਿਖਿਆ ਹੈਗਾ, We know that we are of God and that the whole world lies in the power of the evil one. हम जानते हैं कि हम परमेश्वर से हैं और सारा संसार उस दुष्ट के वश में पड़ा है। You see, Lord Jesus spoke in John 15:18 about the world hating him and those who follow him. ਯੋਹਨਾ 15:18 ਦੇ ਅੰਦਰ ਜਿਹੜਾ ਹੈਗਾ ਪ੍ਰਭੂ ਯਿਸੂ ਨੇ ਕਿਹਾ ਹੈਗਾ ਕਿ ਦੁਨੀਆ ਉਹਨਾਂ ਦੇ ਨਾਲ ਘ੍ਰਿਣਾ ਰੱਖਦੀ ਹੈਗੀ ਹੈ ਔਰ ਪਿੱਛੇ ਨਹੀਂ ਚੱਲਦੀ। This world operates on the basis of ungodly thoughts, attitudes and motives. ਇਹ ਦੁਨੀਆ ਜਿਹੜੀ ਹੈਗੀ ਹੈ ਚੱਲਦੀ ਹੈਗੀ ਹੈ ਉਹ ਸਿਧਾਂਤਾਂ ਦੇ ਪਿੱਛੇ ਜਿਹੜੇ ਪਰਮੇਸ਼ਰ ਤੋਂ ਦੂਰ ਹੈਗੇ। We as Christians we should follow the example of Lord Jesus Christ. ਮਸੀਹੀ ਹੋਣ ਦੇ ਨਾਤੇ ਜਿਹੜਾ ਹੈਗਾ ਸਾਨੂੰ ਉਦਾਹਰਨ ਜਿਹੜਾ ਹੈਗਾ ਪ੍ਰਭੂ ਯਿਸੂ ਨੇ ਜਿਹੜਾ ਰੱਖਿਆ ਹੈਗਾ ਉਹਦੇ ਪਿੱਛੇ ਚੱਲਣਾ ਚਾਹੀਦਾ। We should be in it but not to be of it. ਅਸੀਂ ਦੁਨੀਆ ਦੇ ਅੰਦਰ ਹੋਣਾ ਚਾਹੀਦਾ ਲੇਕਿਨ ਦੁਨੀਆ ਵਾਲੇ ਨਹੀਂ ਹੋਣੇ ਚਾਹੀਦੇ। I want to give 3 things how Lord Jesus related to the world. ਮੈਂ 3 ਚੀਜ਼ਾਂ ਕਹਿਣਾ ਚਾਹੁੰਦਾ ਹੈਗਾ ਜਿਸ ਤਰ੍ਹਾਂ ਪਰਮੇਸ਼ਵਰ ਨੇ ਦੁਨੀਆ ਦੇ ਬਾਰੇ ਕਿਹਾ ਗਿਆ ਹੈਗਾ। Lord Jesus was in the world but he was not isolated from the worldly people. ਪ੍ਰਭੂ ਯਿਸੂ ਜਿਹੜਾ ਹੈਗਾ ਦੁਨੀਆ ਦੇ ਅੰਦਰ ਤੇ ਹੈਗੇ ਸੀ ਲੇਕਿਨ ਬਾਕੀ ਲੋਕਾਂ ਤੋਂ ਜਿਹੜੇ ਉਸ ਦੁਨੀਆ ਦੇ ਅੰਦਰ ਹੈਗੇ ਸੀ ਉਹਨਾਂ ਤੋਂ ਵੱਖਰੇ ਨਹੀਂ ਹੈਗੇ ਸੀ। The religious leaders in those days, Pharisees, Sadducees, thought that to be holy you should avoid all contact with the sinners. ਤੇ ਉਸ ਵੇਲੇ ਜਿਹੜੇ ਧਾਰਮਿਕ ਲੋਕ ਹੈਗੇ ਸੀ ਜਿਹੜੇ ਯਹੂਦੀ ਹੈਗੇ ਸੀ ਉਹ ਲੋਕ ਇਹ ਸੋਚਦੇ ਸੀ ਕਿ ਜਿਹੜੇ ਪਾਪੀ ਲੋਕ ਹੈਗਾ ਉਹਨਾਂ ਦੇ ਨਾਲ ਜਿਹੜਾ ਹੈਗਾ ਤੁਸੀਂ ਕੋਈ ਸੰਪੰਨ ਨਹੀਂ ਰੱਖਣਾ ਚਾਹੀਦਾ। They were shocked that he chose one tax collector to be his apostle. ਉਹਨਾਂ ਨੂੰ ਜਿਹੜਾ ਹੈਗਾ ਸਦਮਾ ਲੱਗਿਆ ਇਸ ਚੀਜ਼ ਦਾ ਕਿ ਇੱਕ ਟੈਕਸ ਕਲੈਕਟਰ ਨੂੰ ਜਿਹੜਾ ਹੈ ਉਹਨਾਂ ਨੇ ਆਪਣਾ ਸ਼ਾਗਿਰਦ ਬਣਾਇਆ। He also went to a dinner party with all the sinful friends of Matthew. ਉਹ ਜਿਹੜਾ ਹੈਗਾ ਖਾਣਾ ਖਾਣ ਵੀ ਗਏ ਜਿੰਨੇ ਉਹਨਾਂ ਦੇ ਦੋਸਤ ਹੈਗੇ ਸੀ ਉਸ ਪਾਪੀ ਇਨਸਾਨ ਦੇ ਉਹਨਾਂ ਦੇ ਦੋਸਤਾਂ ਦੇ ਨਾਲ। Another time he went to a Pharisee's house and when a woman came and washed his feet they were upset with him because they thought this sinful lady is coming and touching him. ਇੱਕ ਵਾਰ ਫਰੀਜੀ ਦੇ ਘਰ ਗਏ ਤੇ ਉਸ ਵੇਲੇ ਇੱਕ ਔਰਤ ਹੈਗੀ ਸੀ ਜਿਹੜੀ ਪਾਪਨ ਹੈਗੀ ਸੀ ਉਹਨਾਂ ਨੇ ਆ ਕੇ ਪੈਰ ਧੋਏ ਤੇ ਉਹਨਾਂ ਨੂੰ ਇਸ ਚੀਜ਼ ਦੇ ਨਾਲ ਠੋਕਰ ਲੱਗੀ ਕਿ ਇਹਨੂੰ ਕਿਉਂ ਹੱਥ ਲਾਉਣ ਨੂੰ ਦਿੰਦੇ ਪਏਗੇ। Luke 5:31 he said, and Jesus answering and said unto them, they that are whole need not a physician but they that are sick. लूका 5:31 के अंदर लिखा है यीशु ने उसको उत्तर दिया कि वैद्य भले चंगे के लिए नहीं परंतु बीमारों के लिए अवश्य है। Generally known, he was known as the friend of sinners. ਉੱਥੇ ਜਿਹੜਾ ਹੈਗਾ ਆਮ ਤੌਰ ਦੇ ਉੱਤੇ ਜਿਹੜਾ ਹੈਗਾ ਕਿਹਾ ਜਾਂਦਾ ਸੀ ਕਿ ਪ੍ਰਭੂ ਯਿਸੂ ਦੋਸਤ ਹੈਗੇ ਨੇ ਪਾਪੀਆਂ ਦੇ। If we want to be like Lord Jesus, we have to be in contact with the people of the world. ਜੇ ਅਸੀਂ ਪ੍ਰਭੂ ਯਿਸੂ ਆਕਰ ਮੰਨਣਾ ਚਾਹੁੰਦੇ ਹੈਗੇ ਆ ਤੇ ਸਾਨੂੰ ਜਿਹੜੀ ਦੁਨੀਆ ਦੇ ਅੰਦਰ ਲੋਕ ਹੈਗੇ ਉਹਨਾਂ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ। But you see, sometimes we tend to carry this a little bit over. ਕਈ ਵਾਰ ਜਿਹੜਾ ਹੈ ਉਹਨੂੰ ਜ਼ਿਆਦਾ ਅੱਗੇ ਹੱਦ ਤੱਕ ਲੈ ਜਾਂਦੇ ਹਾਂ ਅਸੀਂ। Paul wrote this clarification. ਪੌਲਸ ਨੇ ਜਿਹੜਾ ਹੈਗਾ ਇਸ ਚੀਜ਼ ਨੂੰ ਸਪਸ਼ਟ ਕੀਤਾ 1 Corinthians 5:9-11. ਪਹਿਲਾ ਕੁਰਿੰਥੀਆਂ 5:9 ਤੋਂ 11 ਚ I wrote unto you in an epistle not to company with fornicators, yet not altogether with the fornicators of this world, or with the covetous, or the extortioners, or with idolaters, for then must he needs to go out of the world. But now I have written unto you not to keep company, if a man that is called a brother be a fornicator, covetous, idolater, railer, drunkard, or an extortioner, with such and one no not to eat. मैंने अपनी पत्री में तुम्हें लिखा है कि व्यभिचारियों की संगति ना करना, यह नहीं कि तुम बिल्कुल इस जगत के व्यभिचारियों या लोभियों या अंधकार करने वालों या मूर्ति पूजकों की संगति ना करो, क्योंकि इस दशा में तो तुम्हें जगत में से निकल जाना ही पड़ता। मेरा कहना यह है कि यदि कोई भाई कहलाकर
व्यभिचारी या लोभी या मूर्ति पूजक या गाली देने वाला या पियक्कड़ या अंधकार करने वाला हो तो उसकी संगति मत करना, वरन ऐसे मनुष्य के साथ खाना भी ना खाना। But he also cautions in 1 Corinthians 15:33, do not be deceived, bad company corrupts good morals. उन्होंने ਜਿਹੜਾ ਹੈਗਾ ਪਹਿਲੇ ਕੁਰਿੰਥੀਆਂ 15:33 ਦੇ ਅੰਦਰ ਚੁਕੰਨਾ ਵੀ ਕੀਤਾ ਹੈਗਾ, ਧੋਖਾ ਨਾ ਖਾਣਾ, ਬੁਰੀ ਸੰਗਤੀ ਅੱਛੇ ਚਰਿੱਤਰ ਨੂੰ ਵਿਗਾੜ ਦਿੰਦੀਆਂ ਹੈਗੀਆਂ। So how do we friendly with worldly sinful people and yet not be corrupt ourselves? ਇਸ ਤਰ੍ਹਾਂ ਕੀ ਹੋ ਸਕਦਾ ਹੈ ਕਿ ਜਿਹੜੇ ਪਾਪੀ ਲੋਕ ਹੈਗੇ ਦੁਨੀਆ ਦੇ ਉਹਨਾਂ ਦੇ ਨਾਲ ਤੇ ਅਸੀਂ ਦੋਸਤ ਯਾਰੀ ਕਰੀਏ ਲੇਕਿਨ ਅਸੀਂ ਖੁਦ ਜਿਹੜਾ ਹੈਗਾ ਵਿਅਭਿਚਾਰੀ ਨਾ ਬਣ ਜਾਈਏ। We have to look at Lord Jesus Christ. ਸਾਨੂੰ ਪ੍ਰਭੂ ਯਿਸੂ ਦੀ ਔਰ ਜਿਹੜਾ ਹੈਗਾ ਨਜ਼ਰ ਉਠਾਣੀ ਹੈ। This is my second point about Lord Jesus. ਇਹ ਮੈਂ ਜਿਹੜਾ ਹੈਗਾ ਦੂਜਾ ਪੁਆਇੰਟ ਹੈਗਾ ਪ੍ਰਭੂ ਯਿਸੂ ਦੇ ਬਾਰੇ ਚ। He came to the world with a divine mission. ਪ੍ਰਭੂ ਜਿਹੜਾ ਹੈਗਾ ਇੱਕ ਡਿਵਾਈਨ ਮਿਸ਼ਨ ਦੇ ਨਾਲ ਜਿਹੜਾ ਹੈਗਾ ਧਰਤੀ ਤੇ ਆਏ। He came to testify of the truth. ਉਹ ਜਿਹੜਾ ਗਵਾਹੀ ਦੇਣ ਆਏ ਸੱਤੇ ਦੀ। He came to save which was lost. ਉਹ ਬਚਾਉਣ ਆਏ ਜਿਹੜੇ ਬੱਚੇ ਮਰੇ ਹੋਏ ਸੀ। In John 17:18, he is written, as thou hast sent me into the world, even so I also sent them into the world. यूहन्ना 18:37 के अंदर लिखा है, मैंने इसलिए जन्म लिया कि मैं जगत में आया हूँ कि सत्य पर गवाही दूँ और जो सत्य के हैं वे मेरी सब शब्द सुने। The Father sent his Son into the world with the message of salvation. पिता ने पुत्र ਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਭੇਜਿਆ ਕਿ ਸੈਲਵੇਸ਼ਨ ਦਾ ਸੰਦੇਸ਼ ਭੇਜਣ। We should also go and become friends with all the people in the world with the only aim is to bring the gospel to them. Hallelujah. ਅਸੀਂ ਵੀ ਜਾ ਕੇ ਜਿਹੜੇ ਹੈਗੇ ਦੁਨੀਆ ਦੇ ਜਿੰਨੇ ਵੀ ਲੋਕ ਹੈਗੇ ਉਹਨਾਂ ਦੇ ਨਾਲ ਦੋਸਤੀ ਤਾਂ ਕਰੀਏ ਕਿ ਸਾਡਾ ਮਕਸਦ ਇਹੀ ਹੋਣਾ ਚਾਹੀਦਾ ਹੈਗਾ ਕਿ ਉਹਨਾਂ ਦੇ ਕੋਲ ਸੁਸਮਾਚਾਰ ਲਿਆਈਏ। In John 17:19 he prays like this. यूहन्ना 17:19 ਦੇ ਅੰਦਰ ਇਸ ਤਰ੍ਹਾਂ ਉਹਨਾਂ ਨੇ ਪ੍ਰਾਰਥਨਾ ਕੀਤੀ। And for their sakes I sanctify myself, that they also might be sanctified through the truth. और उनके लिए मैं अपने आप को पवित्र करता हूँ ताकि वे भी सत्य के द्वारा पवित्र किए जाएं। To sanctify means to be set apart. ਪਵਿੱਤਰ ਕਰਨਾ ਜਿਹੜਾ ਹੈਗਾ ਕਿ ਵੱਖਰੇ ਰੱਖੇ ਜਾਣਾ। Here Lord Jesus set himself apart. ਇੱਥੇ ਪ੍ਰਭੂ ਯਿਸੂ ਨੇ ਆਪਣੇ ਆਪ ਨੂੰ ਵੱਖਰਾ ਕਰਤਾ। You know, what he's saying is as a result of his death, his disciples should be set apart. ਕਿ ਉਹਨਾਂ ਦੀ ਮੌਤ ਦੇ ਕਾਰਨ ਜਿਹੜਾ ਹੈਗਾ ਉਹਨਾਂ ਦੇ ਸ਼ਾਗਿਰਦ ਜਿਹੜੇ ਹੈਗੇ ਉਹ ਵੱਖਰੇ ਕਰ ਦਿੱਤੇ ਗਏ। So the way to befriend sinners and still not be corrupted by them is to be stay focused on the mission. ਲੋਕਾਂ ਦੇ ਨਾਲ ਜਿਹੜਾ ਹੈਗਾ ਦੋਸਤੀ ਕਰਨਾ ਔਰ ਜਿਹੜਾ ਹੈਗਾ ਕਰਪਟ ਨਾ ਹੋਣਾ ਇਹ ਹੈਗਾ ਕਿ ਜੋ ਮਿਸ਼ਨ ਹੈਗਾ ਜੋ ਮਕਸਦ ਹੈਗਾ ਤੁਸੀਂ ਉਹਦੇ ਤੇ ਧਿਆਨ ਲਗਾਏ ਰੱਖੋ। The focus is not to imitate them but to give them the gospel. ਧਿਆਨ ਜਿਹੜਾ ਹੈਗਾ ਇਹ ਹੈਗਾ ਕਿ ਉਹਨਾਂ ਦੇ ਉੱਤੇ ਧਿਆਨ ਨਾ ਲਗਾਓ ਲੇਕਿਨ ਉਹਨਾਂ ਨੂੰ ਜਿਹੜਾ ਹੈਗਾ ਸੁਸਮਾਚਾਰ ਦਿਓ। You may not be welcomed with open arms. ਹੋ ਸਕਦਾ ਤੁਹਾਨੂੰ ਜਿਹੜਾ ਹੈਗਾ ਉਹ ਸਵੀਕਾਰ ਨਾ ਕਰਨ ਖੁੱਲੇ ਹੱਥਾਂ ਦੇ ਨਾਲ। That leads to the third point of Lord Jesus Christ. ਉਹਦੇ ਨਾਲ ਜਿਹੜਾ ਹੈਗਾ ਤੀਜੇ ਪੁਆਇੰਟ ਤੇ ਅਸੀਂ ਜਾਣਾਂਗੇ ਪ੍ਰਭੂ ਯਿਸੂ ਦੇ। Lord was in the world and he expected opposition. ਪ੍ਰਭੂ ਜਿਹੜਾ ਹੈਗਾ ਦੁਨੀਆ ਦੇ ਅੰਦਰ ਹੈਗੇ ਸੀ ਔਰ ਹੈਗਾ ਸੀ ਕਿ ਉਹਨਾਂ ਦਾ ਵਿਰੋਧ ਹੋਵੇਗਾ। In John 17:14 he prays like this. यूहन्ना 17:14 ਦੇ ਅੰਦਰ ਇਸ ਤਰ੍ਹਾਂ ਕਿਹਾ ਉਹਨਾਂ ਨੇ। I have given them thy word and the world has hated them because they are not of the world, even as I am not of the world. मैंने तेरा वचन उन्हें पहुंचा दिया और संसार ने उससे बैर किया क्योंकि जैसा मैं संसार का नहीं वैसे ही वे भी संसार के नहीं। The world will not tolerate us. दुनिया ਜਿਹੜੀ ਹੈਗੀ ਸਾਨੂੰ ਟੋਲਰੇਟ ਨਹੀਂ ਕਰੇਗੀ। But we are not here for popularity gospel. ਲੇਕਿਨ ਅਸੀਂ ਜਿਹੜਾ ਹੈਗਾ ਮਸ਼ਹੂਰੀ ਵਾਸਤੇ ਨਹੀਂ ਆਏ ਇੱਥੇ। Be sure if you live your life as per the scripture and talk about the gospel, you will have opposition. ਇਹ ਚੀਜ਼ ਸਮਝ ਲਓ ਤੁਸੀਂ ਕਿ ਜੇ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋਗੇ ਤੇ ਤੁਹਾਡੇ ਉੱਤੇ ਅਤਿਆਚਾਰ ਕੀਤੇ ਜਾਣਗੇ। So we should live here as per Lord Jesus. ਸਾਨੂੰ ਇੱਥੇ ਰਹਿਣਾ ਹੈਗਾ ਪ੍ਰਭੂ ਯਿਸੂ ਦੇ ਦੁਆਰਾ। That is what is not living in worldliness. ਇਹ ਹੈਗਾ ਕਿ ਤੁਸੀਂ ਦੁਨਿਆਵੀ ਚੀਜ਼ਾਂ ਦੇ ਪਿੱਛੇ ਜੀਵਨ ਬਤੀਤ ਨਹੀਂ ਕਰਦੇ ਪਏ। The second thing, Christians should be distinct from the world. ਦੂਜੀ ਚੀਜ਼ ਹੈਗੀ ਕਿ ਮਸੀਹ ਜਿਹੜੇ ਹੈਗੇ ਦੁਨੀਆ ਤੋਂ ਵੱਖਰੇ ਹੋਣੇ ਚਾਹੀਦੇ। You know, the first point to be distinct is you know that you have to be born from heaven. ਪਹਿਲੀ ਚੀਜ਼ ਜਿਹੜੀ ਹੈਗੀ ਅਲੱਗ ਹੋਣਾ ਹੈਗਾ ਕਿ ਤੁਹਾਨੂੰ ਜਿਹੜਾ ਹੈਗਾ ਸਵਰਗ ਤੋਂ ਦੁਬਾਰਾ ਜਨਮ ਲੈਣਾ ਹੈਗਾ। Lord Jesus is not from this world because he was born from above. ਪ੍ਰਭੂ ਯਿਸੂ ਇਸ ਦੁਨੀਆ ਦੇ ਨਹੀਂ ਹੈਗੇ ਸੀ ਕਿਉਂਕਿ ਉਹ ਜਨਮ ਜਿਹੜਾ ਉਹਨਾਂ ਦਾ ਉੱਪਰੋਂ ਹੋਇਆ ਸੀ। We are not of this world because we have been born from above through the Lord Holy Spirit. ਅਸੀਂ ਇਸ ਦੁਨੀਆ ਦੇ ਨਹੀਂ ਹੈਗੇ ਕਿਉਂਕਿ ਸਾਡਾ ਨਵਾਂ ਜਨਮ ਜਿਹੜਾ ਹੈਗਾ ਪਵਿੱਤਰ ਆਤਮਾ ਦੇ ਦੁਆਰਾ ਹੋਇਆ। When we accepted Christ Jesus as our savior,
ਜਦੋਂ ਅਸੀਂ ਸਵੀਕਾਰਿਆ ਪ੍ਰਭੂ ਯਿਸੂ ਨੂੰ ਆਪਣੇ ਮੁਕਤੀਦਾਤਾ ਦੇ ਰੂਪ it ਵਿੱਚ, sets us apart. ਇਹ ਸਾਨੂੰ ਵੱਖਰਾ ਕਰ ਦਿੰਦਾ ਹੈ। Through new birth, we have a new nature. ਨਵੇਂ ਜਨਮ ਦੇ ਨਾਲ ਜਿਹੜਾ ਹੈਗਾ ਸਾਡਾ ਨੇਚਰ ਵੀ ਵੱਖਰਾ ਹੋ ਜਾਂਦਾ ਹੈ। Our desire should be to please God. ਸਾਡੀ ਇੱਛਾ ਹੋਣੀ ਚਾਹੀਦੀ ਕਿ ਅਸੀਂ ਪਰਮੇਸ਼ਵਰ ਨੂੰ ਪ੍ਰਸੰਨ ਕਰੀਏ। We have our Lord Jesus as our Savior and Lord. ਸਾਡੇ ਪ੍ਰਭੂ ਯਿਸੂ ਜਿਹੜੇ ਹੈਗੇ ਉਹ ਸਾਡੇ ਬਚਾਉਣ ਵਾਲੇ ਔਰ ਸਾਡੇ ਮਾਲਿਕ ਹੈਗੇ। We because the Lord Holy Spirit resides in us, it gives us power to overcome sin. ਕਿਉਂਕਿ ਪਵਿੱਤਰ ਆਤਮਾ ਸਾਡੇ ਅੰਦਰ ਵਾਸ ਕਰਦਾ ਹੈਗਾ ਤਾਂ ਸਾਨੂੰ ਜਿੱਤ ਜਿਹੜੀ ਹੈਗੀ ਹੈ ਪਾਪ ਦੇ ਉੱਤੇ ਕਰਨ ਦੀ ਸਾਨੂੰ ਸ਼ਮਤਾ ਦਿੰਦਾ ਹੈ। We have a new purpose in life. ਸਾਡੇ ਜੀਵਨ ਦਾ ਮਕਸਦ ਵੱਖਰਾ ਹੈ। To glorify the Savior and tell others about the gospel. ਸਾਡੇ ਬਚਾਉਣ ਵਾਲਾ ਜਿਹੜਾ ਹੈਗਾ ਉਹਦੀ ਜਿਹੜੀ ਮਹਿਮਾ ਹੋਵੇ, ਉਹਨਾਂ ਦਾ ਉੱਪਰ ਵਧਾਇਆ ਜਾਵੇ ਔਰ ਸੁਸਮਾਚਾਰ ਦਿੱਤਾ We ਜਾਵੇ। have new identity as children of God. ਸਾਡਾ ਜਿਹੜਾ ਹੈਗਾ ਨਵਾਂ ਵਜੂਦ ਹੈਗਾ ਹੈ ਕਿ ਅਸੀਂ ਪਰਮੇਸ਼ਵਰ ਦੇ ਸੰਤਾਨ ਹੈਗੇ ਹਾਂ We have a new destiny ਔਰ ਸਾਡੀ ਨਵੀਂ ਦਿਸ਼ਾ ਹੈਗੀ ਹੈ to be with the Lord. ਕਿ ਪਰਮੇਸ਼ਵਰ ਦੇ ਨਾਲ ਰਹੀਏ। So the crucial question is this: ਤਾਂ ਜਿਹੜਾ ਮਹੱਤਵਪੂਰਨ ਸਵਾਲ ਇਹ ਹੈਗਾ have you been born again? ਕਿ ਤੁਹਾਡਾ ਨਵਾਂ ਜਨਮ ਹੋ ਚੁੱਕਾ ਹੈ? Have you accepted Lord Jesus Christ? He died on the cross for you. ਉਹ ਪ੍ਰਭੂ ਯਿਸੂ ਜਿਹੜਾ ਹੈਗਾ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈਗਾ ਬਲੀਦਾਨ ਕੀਤਾ ਕਰੂਸ ਦੇ ਉੱਤੇ, ਤੁਸੀਂ ਉਹਨਾਂ ਨੂੰ ਸਵੀਕਾਰਿਆ? Without the new birth, you will not receive the Holy Spirit. ਨਵੇਂ ਜਨਮ ਦੇ ਬਿਨਾਂ ਜਿਹੜਾ ਹੈਗਾ ਤੁਹਾਨੂੰ ਪਵਿੱਤਰ ਆਤਮਾ ਨਹੀਂ ਮਿਲੇਗਾ। Every attempt not to live like the world will only end up in failure. ਹਰ ਕੋਸ਼ਿਸ਼ ਜਿਹੜੀ ਹੈਗੀ ਕਿ ਤੁਸੀਂ ਦੁਨੀਆ ਦੀ ਚੀਜ਼ਾਂ ਦੇ ਪਿੱਛੇ ਨਾ ਚੱਲੋ, ਜਿਹੜਾ ਹੈਗਾ ਤੁਸੀਂ ਨਾਕਾਮ ਰਹੋਗੇ। So the first thing is we have to be distinct. We have to recognize that we are not like the world. ਪਹਿਲੀ ਚੀਜ਼ ਹੈਗੀ ਕਿ ਸਾਨੂੰ ਸਮਝਣਾ ਹੈਗਾ ਕਿ ਅਸੀਂ ਦੁਨੀਆ ਦੇ ਲੋਕਾਂ ਵਾਕਨ ਨਹੀਂ ਹੈਗੇ ਅਸੀਂ। The second thing to be distinct is you have to develop a mindset that comes from the Word of God. ਦੂਜੀ ਚੀਜ਼ ਇਹ ਕਿ ਤੁਹਾਡਾ ਦਿਮਾਗ ਜਿਹੜਾ ਹੈਗਾ, ਤੁਹਾਡਾ ਰਵੱਈਆ ਜਿਹੜਾ ਹੈਗਾ ਚੀਜ਼ਾਂ ਦਾ, ਉਹ ਹੋਣਾ ਚਾਹੀਦਾ ਜੋ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਆਵੇ। John 17 is a wonderful prayer of Lord Jesus Christ. ਯੋਹੰਨਾ 17 ਜਿਹੜੀ ਹੈਗੀ ਬਹੁਤ ਅਦਭੁਤ ਜਿਹੜੀ ਹੈਗੀ ਪ੍ਰਾਰਥਨਾ ਹੈਗੀ ਪ੍ਰਭੂ ਯਿਸੂ ਦੀ। In verse 14 he prayed, I have given them your word. 14ਵੇਂ ਵਰਸ ਦੇ ਅੰਦਰ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਤੁਹਾਡਾ ਵਚਨ ਜਿਹੜਾ ਉਹਨਾਂ ਨੂੰ ਦਿੱਤਾ ਹੈ। In verse 17 he says, sanctify them in the truth. Your word is truth. ਔਰ 7ਵੇਂ ਵਰਸ ਦੇ ਅੰਦਰ ਉਹਨਾਂ ਨੇ ਕਿਹਾ ਹੈਗਾ ਕਿ ਤੁਸੀਂ ਆਪਣੇ ਸੱਤ ਦੇ ਦੁਆਰਾ ਜਿਹੜਾ ਉਹਨਾਂ ਨੂੰ ਪਵਿੱਤਰ ਕਰੋ ਕਿਉਂਕਿ ਤੁਹਾਡਾ ਵਚਨ ਸੱਤ ਹੈਗਾ। And verse 19 he prays that they themselves will be sanctified in truth. ਔਰ ਉਹਨਾਂ ਨੇ ਕਿਹਾ ਕਿ 19ਵੇਂ ਵਰਸ ਦੇ ਅੰਦਰ ਕਿ ਉਹ ਖੁਦ ਜਿਹੜਾ ਹੈਗਾ ਪਵਿੱਤਰ ਹੋਣ ਵਚਨ ਦੇ ਸੱਤ ਦੇ ਦੁਆਰਾ। In John 5:39 he says, ਯੋਹੰਨਾ 5:39 ਦੇ ਅੰਦਰ ਕਿਹਾ ਹੈਗਾ, he says to the Pharisees, ਫਰੀਸੀਆਂ ਨੂੰ ਕਿਹਾ ਉਹਨਾਂ ਨੇ search the scriptures, ਕਿ ਵਚਨਾਂ ਨੂੰ ਲੱਭੋ, for in them you think you have eternal life. ਤੁਹਾਨੂੰ ਲੱਗਦਾ ਹੈ ਕਿ ਉਹਦੇ ਅੰਦਰ ਤੁਹਾਨੂੰ ਅਨੰਤ ਜੀਵਨ ਮਿਲੇਗਾ, But those scriptures are the one that testify of me. ਲੇਕਿਨ ਉਹੀ ਵਚਨ ਜਿਹੜੇ ਹੈਗੇ ਮੇਰੀ ਗਵਾਹੀ ਦਿੰਦੇ। He predicted Judas' betrayal. ਉਹਨਾਂ ਨੇ ਜਿਹੜਾ ਹੈਗਾ ਭਵਿਸ਼ਵਾਣੀ ਕੀਤੀ ਕਿ ਜੂੜਾ ਜਿਹੜਾ ਹੈਗਾ ਉਹਨਾਂ ਨਾਲ ਘਾਤ ਕਰੇਗਾ, ਵਿਸ਼ਵਾਸਘਾਤ And he ਕਰੇਗਾ, said the scripture so that the scripture can be fulfilled. ਕਿ ਵੀ ਵਚਨ ਜਿਹੜਾ ਹੈਗਾ ਉਹ ਪੂਰਾ ਹੋਵੇ। After resurrection he told his disciples, ਔਰ ਪੁਨਰੁਥਾਨ ਦੇ ਬਾਅਦ ਜਿਹੜਾ ਉਹਨਾਂ ਨੇ ਸ਼ਾਗਿਰਦਾਂ ਨੂੰ ਇਹ ਕਿਹਾ, Luke 24:44, ਲੂਕਾ 24:44, and he said unto them, these are the words which I spake unto you while I was yet with you, that all things must be fulfilled which were written, carefully listen, the law of Moses, in the prophets and in the Psalms concerning me. फिर उसने उनसे कहा, ये मेरी वे बातें हैं जो मैंने तुम्हारे साथ रहते हुए तुमसे कही थीं कि अवश्य है कि जितनी बातें मूसा की व्यवस्था और भविष्यद्वक्ताएं और भजनों की पुस्तक में मेरे विषय में लिखे हैं सब पूरी हों। And the next verse he says this, अगले वर्ष से ऐसा क्या उन्होंने, then he opened their understanding that they might understand the scriptures. तब उसने पवित्र शास्त्र बूझने के लिए उनकी समझ खोल दी। Lord Jesus was full of scriptures. प्रभु यीशु ਜਿਹੜਾ ਹੈਗਾ ਵਚਨ ਦੇ ਨਾਲ ਭਰੇ ਹੋਏ ਸੀ। He is scripture. ਉਹ ਖੁਦ ਵਚਨ ਹੈਗੇ। Lord Jesus calls God's word the truth. ਪ੍ਰਭੂ ਯੀਸ਼ੂ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਨੂੰ ਸੱਚ ਕਹਿੰਦੇ ਹੈਗੇ। He doesn't say God's word contains the truth. ਉਹਨਾਂ ਨੇ ਇਹ ਨਹੀਂ ਕਿਹਾ ਕਿ ਪਰਮੇਸ਼ਵਰ ਦੇ ਵਚਨ ਦੇ ਅੰਦਰ ਸੱਚ ਹੈਗਾ। It is the truth. ਉਹ ਸੱਚ ਖੁਦ ਹੀ ਹੈਗੇ ਨੇ। It is the absolute final standard of the truth. ਉਹ ਬਿਲਕੁਲ ਜਿਹੜਾ ਹੈਗਾ ਸੱਚ ਜਿਹੜਾ ਹੈਗਾ ਪੂਰਨ ਰੂਪ ਨਾਲ ਜਿਹੜਾ ਹੈਗਾ ਸੱਚ ਹੈਗੇ। Everything else should be measured against it. ਹਰ ਚੀਜ਼ ਦਾ ਮਾਪ ਜਿਹੜਾ ਹੈਗਾ ਉਹਦੇ ਸਾਹਮਣੇ ਲਾਣਾ ਚਾਹੀਦਾ ਹੈਗਾ। God's word doesn't change from culture to culture, age to age, season to season. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਜਾਤੀ ਤੋਂ ਜਾਤੀ ਲੈ ਕੇ ਸਮੇਂ ਤੋਂ ਸਮੇਂ ਲੈ ਕੇ ਜਿਹੜਾ ਹੈਗਾ ਬਦਲਦਾ ਨਹੀਂ ਹੈਗਾ। Lord Jesus said, ਪ੍ਰਭੂ ਯਿਸੂ ਨੇ ਕਿਹਾ, God's word will sanctify us and set us apart. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਸਾਨੂੰ ਸ਼ੁੱਧ ਕਰੇਗਾ ਔਰ ਵੱਖਰਾ ਕਰ ਦੇਗਾ। Romans 12:2 Paul says, ਰੋਮੀਓ 12:2 ਚ ਪੌਲੁਸ ਨੇ ਕਿਹਾ, he tells us how to not be worldly. ਕਿ ਦੁਨੀਆਵੀ ਚੀਜ਼ਾਂ ਦੇ ਪਿੱਛੇ ਨਾ ਕਿਸ ਤਰ੍ਹਾਂ ਨਾ ਪਾਓ।
And do not be conformed to this world, but be ye transformed by the renewing of your mind, so that you may prove what the will of God is, that which is good and acceptable and perfect. और इस संसार के सदृश ना बनो, परंतु तुम्हारी बुद्धि के नए हो जाने के से तुम्हारा चाल चलन भी बदलता जाए, जिससे तुम परमेश्वर की भली और भावती और सिद्ध इच्छा अनुभव के मालूम करते रहो। We've seen a couple of points how to be not like the world. ये दो चीज़ां देखने हैं कि दुनियावी चीज़ां पीछे किस तरह ना चली है। One, make sure that you go to God and receive Him as your Savior. पहली चीज़ ਇਹ ਕਿ ਤੁਸੀਂ ਪ੍ਰਭੂ ਦੇ ਕੋਲ ਜਾਵੋ ਔਰ ਉਹਨਾਂ ਨੂੰ ਸਵੀਕਾਰ ਕਰੋ ਆਪਣੇ ਮੁਕਤੀਦਾਤਾ ਦੇ ਰੂਪ ਵਿੱਚ। The second, develop a mindset that comes from God's Word. ਔਰ ਦੂਜੀ ਚੀਜ਼ ਹੈਗੀ ਹੈ ਕਿ ਤੁਸੀਂ ਆਪਣਾ ਜਿਹੜਾ ਹੈਗਾ ਦਿਮਾਗ ਬਦਲੋ ਜੋ ਪਰਮੇਸ਼ਵਰ ਦੇ ਵਚਨ ਦੇ ਨਾਲ ਆਂਦਾ ਹੈਗਾ। The third thing, to be distinct and not be like the world, is to live in obedience to God's Word. ਔਰ ਤੀਜੀ ਚੀਜ਼ ਹੈਗੀ ਹੈ ਕਿ ਤੁਸੀਂ ਜਿਹੜਾ ਹੈਗਾ ਵੱਖਰੇ ਹੋ ਜਾਵੋ ਔਰ ਦੁਨਿਆਵੀ ਚੀਜ਼ਾਂ ਦੇ ਪਿੱਛੇ ਨਾ ਚਲੋ ਕਿ ਵੀ ਤੁਸੀਂ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚਲੋ। The goal of every Bible study should be fundamentally a personal application. ਕਿ ਹਰ ਇੱਕ ਬਾਈਬਲ ਸਟੱਡੀ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਉਹ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਉਹਨੂੰ ਉਤਾਰੋ। As you read God's Word, ਜਿਸ ਤਰ੍ਹਾਂ ਤੁਸੀਂ ਪਰਮੇਸ਼ਵਰ ਦਾ ਵਚਨ ਪੜ੍ਹੋ, ask these questions. ਇਹ ਸਵਾਲ ਪੁੱਛੋ How does it apply to my life? ਕਿ ਇਹ ਮੇਰੇ ਜੀਵਨ ਦੇ ਉੱਤੇ ਕਿਸ ਤਰ੍ਹਾਂ ਉਤਰਦਾ ਹੈ। Do I need to change something that I'm thinking? ਜੇ ਮੇਰੀ ਕੋਈ ਸੋਚ ਜਿਹੜੀ ਹੈ ਉਹ ਬਦਲਣੀ ਚਾਹੀਦੀ ਹੈ। Do I need to change my attitude? ਕੋਈ ਮੇਰਾ ਜਿਹੜਾ ਰਵੱਈਆ ਬਦਲਣਾ ਚਾਹੀਦਾ। Is my speech and my life pleasing to God? ਮੇਰੇ ਵਚਨ ਜਿਹੜੇ ਹੈਗੇ ਮੇਰਾ ਜੀਵਨ ਪਰਮੇਸ਼ਵਰ ਨੂੰ ਪ੍ਰਸੰਨਿਤ ਕਰਦਾ ਹੈਗਾ। Are there any sinful habits which I need to destroy? ਇਹ ਉਹ ਚੀਜ਼ਾਂ ਜਿਹੜੀਆਂ ਮੇਰੀ ਆਦਤਾਂ ਜਿਹੜੀਆਂ ਜਿਹੜੀ ਖਤਮ ਹੋਣੀ ਚਾਹੀਦੀਆਂ ਉਹ ਹੁੰਦੀਆਂ ਪਈਆਂ। Are there any godly characteristics I need to develop? ਕਿ ਪਰਮੇਸ਼ਵਰ ਦੇ ਰੂਪ ਵਿੱਚ ਕੋਈ ਇਹੋ ਜਿਹੀ ਚੀਜ਼ ਹੈਗੀ ਜਿਹੜੇ ਮੇਰੇ ਅੰਦਰ ਆਣੀ ਚਾਹੀਦੀ ਹੈ। Many such questions you keep asking as you read God's Word. ਜਿਸ ਤਰ੍ਹਾਂ ਪਰਮੇਸ਼ਵਰ ਦਾ ਵਚਨ ਪੜ੍ਹਦੇ ਹੋ ਇਹੋ ਜਿਹੇ ਬੜੇ ਸਵਾਲ ਤੁਹਾਨੂੰ ਪੁੱਛਣੇ ਚਾਹੀਦੇ ਹੈ। Worldliness in your heart is nothing but idolatry. ਦੁਨਿਆਵੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਦਿਲ ਦੇ ਅੰਦਰ ਹੋਰ ਕੁਝ ਨਹੀਂ ਹੈਗਾ ਲੇਕਿਨ ਮੂਰਤੀ ਪੂਜਨ ਹੈ। It is exchanging the truth of God for a lie. ਇਹ ਜਿਹੜਾ ਹੈਗਾ ਜੋ ਪਰਮੇਸ਼ਵਰ ਦਾ ਸੱਤ ਹੈਗਾ ਉਹਨੂੰ ਛੱਡ ਕੇ ਤੁਸੀਂ ਝੂਠ ਦੇ ਪਿੱਛੇ ਚੱਲਦੇ ਪਏ ਹੋ। Worshipping and serving created things than the Creator. ਤੁਸੀਂ ਉਹਨਾਂ ਚੀਜ਼ਾਂ ਦੀ ਆਰਾਧਨਾ ਕਰਦੇ ਪਏ ਹੋ ਜਿਨ੍ਹਾਂ ਦੀ ਖੁਦ ਰਚਨਾ ਕੀਤੀ ਗਈ ਹੈ ਬਨਸਪਤ ਜਿਨੇ ਰਚਿਆ ਹੈਗਾ। The world was created by God and He said it is good. ਪਰਮੇਸ਼ਵਰ ਨੇ ਜਿਹੜਾ ਹੈਗਾ ਪੂਰੇ ਦੁਨੀਆ ਦੀ ਰਚਨਾ ਕੀਤੀ ਔਰ ਉਹਨਾਂ ਨੇ ਕਿਹਾ ਬਹੁਤ ਅੱਛਾ ਹੈ। Sin came into the world because of the disobedience of Adam and Eve. ਆਦਮ ਔਰ ਹਵਾ ਨੇ ਜੋ ਪਾਪ ਕੀਤਾ ਉਹਦੇ ਕਾਰਨ ਜਿਹੜਾ ਹੈਗਾ ਦੁਨੀਆ ਦੇ ਅੰਦਰ ਜਿਹੜਾ ਹੈਗਾ ਪਾਪ ਆਇਆ। Devil took that sin, the breakage between the harmony between God and man, ਔਰ ਸ਼ੈਤਾਨ ਨੇ ਜਿਹੜਾ ਹੈਗਾ ਉਹ ਜਿਹੜਾ ਇਨਸਾਨ ਔਰ ਪਰਮੇਸ਼ਵਰ ਦੇ ਵਿੱਚ ਜਿਹੜਾ ਨਾਤਾ ਸੀ ਉਹਨੂੰ ਤੋੜ ਕੇ and created this sinful world. ਔਰ ਇਸ ਪਾਪੀ ਦੁਨੀਆ ਦਾ ਜਿਹੜਾ ਉਹਨਾਂ ਨੇ ਉਸਨੇ ਰਚਨਾ ਕੀਤੀ। In this world, men and women love the things of this world than the things of God. ਇਸ ਦੁਨੀਆ ਦੇ ਅੰਦਰ ਇਸ ਪਾਪੀ ਦੁਨੀਆ ਦੇ ਅੰਦਰ ਲੋਕੀ ਜਿਹੜਾ ਹੈਗਾ ਇਸ ਦੁਨੀਆ ਦੀ ਚੀਜ਼ਾਂ ਦੇ ਨਾਲ ਪ੍ਰੇਮ ਰੱਖਦੇ ਹੈਗੇ ਨੇ And develop this sin of worldliness. ਔਰ ਇਹ ਪਾਪ ਜਿਹੜਾ ਹੈਗਾ ਦੁਨਿਆਵੀ ਚੀਜ਼ਾਂ ਦਾ ਲੋਭ ਦੇ ਪਿੱਛੇ ਚੱਲਦੇ The ਹੈਗੇ। Bible says worldliness is characterized by three things. ਬਾਈਬਲ ਦੇ ਅੰਦਰ ਲਿਖਿਆ ਹੈਗਾ ਕਿ ਜੋ ਦੁਨਿਆਵੀ ਚੀਜ਼ਾਂ ਦਾ ਲੋਭ ਹੈਗਾ ਇਹ ਤਿੰਨ ਚੀਜ਼ਾਂ ਦੇ ਨਾਲ ਆਂਦਾ ਹੈਗਾ। Unhealthy cravings. ਕਿ ਲੋਭ ਜਿਹੜਾ ਹੈਗਾ ਜੋ ਅੱਛਾ ਨਹੀਂ ਹੈਗਾ। The Bible calls it lust of the flesh. ਇਹਨੂੰ ਜਿਹੜਾ ਹੈਗਾ ਸਰੀਰ ਦਾ ਜਿਹੜਾ ਹੈਗਾ ਲੋਭ ਕਿਹਾ ਹੈਗਾ। Second thing, ungodly conduct. ਔਰ ਇਹੋ ਜਿਹਾ ਵਰਤਾਵ ਜਿਹੜਾ ਪਰਮੇਸ਼ਵਰ ਦੀ ਵੱਲੋਂ ਨਹੀਂ ਹੈਗਾ। Lust of the eyes. ਔਰ ਅੱਖਾਂ ਦਾ ਜਿਹੜਾ ਹੈਗਾ ਲੋਭ। The third is unholy compromise. ਔਰ ਤੀਜੀ ਚੀਜ਼ ਹੈ ਕਿ ਵੀ ਤੁਸੀਂ ਜਿਹੜਾ ਹੈਗਾ ਅਪਵਿੱਤਰ ਜਿਹੜਾ ਹੈਗਾ ਕੰਪਰੋਮਾਈਜ਼ ਜਿਹੜਾ ਕਰਦੇ ਹੋ। The Bible calls it pride of life. ਔਰ ਬਾਈਬਲ ਦੇ ਅੰਦਰ ਉਹਨੂੰ ਕਿਹਾ ਹੈ ਘਮੰਡ ਹੈਗਾ ਜੀਵਨ ਦਾ। And Adam and Eve were guilty of the sin of worldliness. ਔਰ ਆਦਮ ਔਰ ਹਵਾ ਜਿਹੜੇ ਹੈਗੇ ਸੀ ਉਹ ਵੀ ਜਿਹੜਾ ਹੈਗਾ ਗਿਲਟੀ ਹੈਗੇ ਸੀ ਇਸ ਪਾਪ ਤੇ। When they believed Satan lie instead of God's truth. ਜਦੋਂ ਉਹਨਾਂ ਨੇ ਸ਼ੈਤਾਨ ਦਾ ਝੂਠ ਜਿਹੜਾ ਉਹਦੇ ਤੇ ਵਿਸ਼ਵਾਸ ਕੀਤਾ ਬਨਸਪਤ ਜੋ ਪਰਮੇਸ਼ਵਰ ਨੇ ਸੱਚ ਦੱਸਿਆ ਸੀ। Eve saw the fruit. ਹਵਾ ਨੂੰ ਜਿਹੜਾ ਹੈਗਾ ਉਹ ਫਲ ਨਜ਼ਰ ਆਇਆ It was pleasing to the eye ਔਰ ਅੱਖਾਂ ਨੂੰ ਅੱਛਾ ਲੱਗਿਆ ਉਹਨੂੰ and good for food. ਔਰ ਅੱਛਾ ਹੈਗਾ ਸੀ ਖਾਣ ਵਾਸਤੇ। She chose it against obedience to the Creator. ਉਹਨੂੰ ਚੁਣ ਲਿੱਤਾ ਬਨਸਪਤ ਕਿ ਜੋ ਪਰਮੇਸ਼ਵਰ ਦੀ ਆਗਿਆਕਾਰੀਤਾ ਹੈਗੀ ਸੀ ਉਹਦਾ। Instead of obeying God to subdue the earth and multiply, ਇਹ ਬਨਸਪਤ ਕੇ ਪਰਮੇਸ਼ਵਰ ਦੀ ਆਗਿਆ ਦਾ ਪਾਲਨ ਕਰਕੇ ਜਿਹੜਾ ਹੈਗਾ ਪੂਰੀ ਦੁਨੀਆ ਨੂੰ ਜਿਹੜਾ ਹੈਗਾ ਆਪਣੇ ਥੱਲੇ ਲਿਆਂਦੇ। man began to love and worship
created things. ਆਦਮੀ ਨੇ ਜਿਹੜਾ ਹੈਗਾ ਜਿਹੜੀਆਂ ਇਜਾਦ ਕੀਤੀਆਂ ਗਈਆਂ ਚੀਜ਼ਾਂ ਉਹਨਾਂ ਦੀ ਜਿਹੜੀ ਹੈਗੀ ਸਤੁਤੀ ਕਰਨੀ ਸ਼ੁਰੂ ਕਰ You ਦਿੱਤੀ। go home and read Romans 1. Paul writes this degeneration in quite detail. ਤੁਸੀਂ ਘਰ ਜਾ ਕੇ ਜਿਹੜਾ ਹੈਗਾ ਰੋਮੀਓ ਪਹਿਲੀ ਜਿਹੜੀ ਹੈਗੀ ਹੈ ਉਹਨੂੰ ਪੜ੍ਹੋ ਤੇ ਉਹਦੇ ਅੰਦਰ ਪੌਲੁਸ ਨੇ ਕਾਫੀ ਵਿਸਤਾਰ ਦੇ ਅੰਦਰ ਲਿਖਿਆ ਹੈਗਾ ਕਿਸ ਤਰ੍ਹਾਂ ਆਦਮੀ ਗਿਰਿਆ। When believers live in this conformity to this corrupt world, ਜਦੋਂ ਵਿਸ਼ਵਾਸੀ ਲੋਕ ਜਿਹੜਾ ਹੈਗਾ ਇਸ ਕਰਪਟ ਦੁਨੀਆ ਦੇ ਪਿੱਛੇ ਚੱਲਦੇ ਹੈਗੇ the consequences are tragic. ਔਰ ਉਹਦਾ ਕੀ ਅੰਜਾਮ ਹੁੰਦਾ ਹੈਗਾ ਉਹ ਬੜਾ ਦੁਖਦ ਹੈਗਾ। We'll look at an example in scripture which describes this in quite detail. ਅਸੀਂ ਇੱਕ ਉਦਾਹਰਨ ਦੇਖਾਂਗੇ ਵਚਨ ਦੇ ਅੰਦਰ ਜਿਹੜਾ ਹੈ ਇਹਦਾ ਜਿਹੜਾ ਹੈਗਾ ਕਾਫੀ ਇਹਦੇ ਬਾਰੇ ਚ ਕਿਹਾ ਗਿਆ ਹੈ। It is the story of Lot from the book of Genesis. ਇਹ ਜਿਹੜਾ ਹੈਗਾ ਲੂਤ ਦੀ ਕਹਾਣੀ ਜਿਹੜੀ ਹੈਗੀ ਹੈ ਉਤਪਤੀ ਤੋਂ ਉਹਦੇ ਚ ਲਿਖਿਆ ਗਿਆ। You must have read this story quite a bit of times. ਹੋ ਸਕਦਾ ਤੁਸੀਂ ਕਾਫੀ ਵਾਰ ਇਸ ਕਹਾਣੀ ਨੂੰ ਪੜ੍ਹਿਆ ਹੋਵੇ। How many of you don't know Lot? ਕਿੰਨੇ ਹੈਗੇ ਜਿਨ੍ਹਾਂ ਨੂੰ ਜੋ ਲੂਤ ਨੂੰ ਨਹੀਂ ਜਾਣਦੇ ਹੈਗੇ? Everyone knows? ਹਰ ਕੋਈ ਜਾਣਦਾ ਹੈ। Okay, now I am going to give you a different picture of Lot. ਇੱਕ ਦੂਜੀ ਤਰ੍ਹਾਂ ਮੈਂ ਜਦ ਉਹਦਾ ਦਰਸ਼ਨ ਕਰਾਵਾਂਗਾ ਤੁਹਾਡਾ। Lot's downward path started when he chose the best land for himself. ਲੂਤ ਦਾ ਜਿਹੜਾ ਹੈਗਾ ਗਲਤ ਰਾਹ ਚੱਲਣੀ ਸ਼ੁਰੂ ਉਹਨੇ ਤਦ ਕਰ ਦਿੱਤਾ ਜਦੋਂ ਉਹਨੇ ਸਭ ਤੋਂ ਅੱਛੀ ਜ਼ਮੀਨ ਜਿਹੜੀ ਹੈਗੀ ਚੁਣੀ। Genesis 13. ਉਤਪਤੀ 13। It was a choice based on selfishness and greed. ਉਹ ਜਗ੍ਹਾ ਜਿਹੜੀ ਹੈਗੀ ਉਹਨੇ ਚੁਣੀ ਕਿਉਂਕਿ ਉਹ ਆਪਣੇ ਬਾਰੇ ਸੋਚਦਾ ਪਿਆ ਸੀ। No regard for Abraham or the will of God. ਔਰ ਕੋਈ ਧਿਆਨ ਨਹੀਂ ਹੈਗਾ ਸੀ ਅਬਰਾਹਮ ਦੇ ਬਾਰੇ ਚ ਜਾਂ ਫਿਰ ਪਰਮੇਸ਼ਵਰ ਦੀ ਇੱਛਾ ਦੇ। You see, if you read Genesis 13 in detail, after he left, God said, "Go, choose the land and I will bless it." ਜਦੋਂ ਲੂਤ ਜਿਹੜਾ ਹੈਗਾ ਛੱਡ ਕੇ ਚਲਾ ਗਿਆ ਸੀ ਅਬਰਾਹਮ ਨੂੰ ਤੇ ਉਹਦੇ ਬਾਅਦ ਜਿਹੜਾ ਹੈਗਾ ਉਤਪਤੀ 13 ਦੇ ਅੰਦਰ ਕਿਹਾ ਹੈਗਾ ਪਰਮੇਸ਼ਵਰ ਨੇ ਅਬਰਾਹਮ ਨੂੰ ਕਿ ਤੂੰ ਆਪਣੀ ਥਾਂ ਚੁਣ, ਜ਼ਮੀਨ ਚੁਣ ਔਰ ਮੈਂ ਉਹਨੂੰ ਆਸ਼ੀਸ਼ਿਤ ਕਰਾਂਗਾ। It resulted in Lot moving his tents near the wicked city of Sodom. ਤੇ ਲੂਤ ਜਿਹੜਾ ਹੈਗਾ ਉਹ ਆਪਣੇ ਤੰਬੂ ਜਿਹੜੇ ਹੈਗੇ ਜਿਹੜੀ ਕਪਟੀ ਜਗ੍ਹਾ ਹੈਗੀ ਸੀ ਸੋਦੋਮ ਉਹਦੇ ਨੇੜੇ ਲੈ ਗਿਆ। It's very similar to today's world. ਇਹ ਬਹੁਤ ਉਸੇ ਤਰ੍ਹਾਂ ਹੈਗਾ ਜਿਸ ਤਰ੍ਹਾਂ ਅੱਜ ਦਾ ਦੁਨੀਆ ਹੈਗੀ ਹੈ। He was trying to get ahead financially with no concern of furthering God's purpose. ਉਹ ਜਿਹੜਾ ਹੈਗਾ ਮਾਲੀ ਰੂਪ ਨਾਲ ਜਿਹੜਾ ਹੈਗਾ ਚਾਹੁੰਦਾ ਸੀ ਕਿ ਜਿਹੜਾ ਹੈਗਾ ਸਕਸੈਸਫੁਲ ਹੋਵੇ ਲੇਕਿਨ ਪਰਮੇਸ਼ਵਰ ਦੀ ਇੱਛਾ ਕੀ ਹੈਗੀ ਉਹ ਨਹੀਂ ਸੋਚ ਰਿਹਾ ਸੀ। Probably many of us are guilty of this. ਅਸੀਂ ਵੀ ਕਈ ਜਿਹੜੇ ਹੈਗੇ ਇਸ ਚੀਜ਼ ਦੇ ਗਿਲਟੀ ਹੋਵਾਂਗੇ। He only made choice on what looked good. ਜੋ ਨਜ਼ਰ ਨੂੰ ਅੱਛਾ ਲੱਗਦਾ ਹੈਗਾ ਸੀ ਉਹਦੇ ਹਿਸਾਬ ਨਾਲ ਉਹਨੇ ਚੁਣਿਆ। Went with the flow of the world. ਔਰ ਦੁਨੀਆ ਦੇ ਹਿਸਾਬ ਨਾਲ ਚੱਲਦਾ ਪਿਆ। Rather than making choice on God's will. ਬਨਸਪਤ ਕੇ ਪਰਮੇਸ਼ਵਰ ਕੀ ਜੋ ਇੱਛਾ ਹੈਗੀ ਉਹਦੇ ਅਨੁਸਾਰ ਜਿਹੜਾ ਹੈਗਾ ਉਹ ਚੁਣੇ। From Genesis 13 to 19 is the story of Lot. ਉਤਪਤੀ 13 ਤੋਂ 19 ਜਿਹੜਾ ਹੈਗਾ ਕਹਾਣੀ ਹੈਗੀ ਹੈ ਲੂਤ ਦੀ। Many times I reflected on this story. ਕਈ ਵਾਰ ਜਿਹੜਾ ਹੈਗਾ ਮੈਂ ਵਿਚਾਰਿਆ ਇਸ ਕਹਾਣੀ ਦੇ ਉੱਤੇ। If this is all that we had, we would think that Lot was not a believer. ਜੇ ਸਿਰਫ ਇਹੀ ਚੀਜ਼ ਹੁੰਦੀ ਤਾਂ ਤੁਹਾਨੂੰ ਪਤਾ ਲੱਗਦਾ ਕਿ ਉਹ ਵਿਸ਼ਵਾਸੀ ਨਹੀਂ ਸੀ। But 2 Peter 2:7 says, ਲੇਕਿਨ ਦੂਜੇ ਪਤਰਸ 2:7 ਲਿਖਿਆ and delivered just Lot, or just is the word for righteousness, righteous Lot, vexed with the filthy conversation means lifestyle of the wicked. और धर्मी लूत को जो अधर्मियों के शुद्ध चाल चलन से बहुत दुखी था छुटकारा दिया। Lot's story teaches us some things. लूत दी कहानी ਜਿਹੜੀ ਹੈਗੀ ਹੈ ਸਾਨੂੰ ਕੁਝ ਚੀਜ਼ਾਂ ਸਿਖਾਉਂਦੀ ਹੈ। The world is thoroughly corrupt. ਦੁਨੀਆ ਜਿਹੜੀ ਹੈਗੀ ਹੈ ਬਿਲਕੁਲ ਅਧਰਮੀ ਹੈਗੀ ਹੈ। Sodom shows us the world without God. ਸੋਦਮ ਸਾਨੂੰ ਦਿਖਾਉਂਦਾ ਹੈਗਾ ਦੁਨੀਆ ਬਿਨਾ ਪਰਮੇਸ਼ਵਰ ਦੇ। On one level it's very ugly, it's an ugly picture. ਬਹੁਤ ਹੀ ਜਿਹੜੀ ਹੈਗੀ ਦੁਖਦ ਕਹਾਣੀ ਹੈਗੀ ਹੈ। City was not safe after when it is dark. ਅੰਧਕਾਰ ਦੇ ਬਾਅਦ ਜਿਹੜਾ ਹੈਗਾ ਉਹ ਸ਼ਹਿਰ ਜਿਹੜਾ ਹੈਗਾ ਸੇਫ ਨਹੀਂ ਹੈਗਾ ਸੀ। Where young men and old men were satisfying their lust, homosexually raping people. ਔਰ ਜਿੱਥੇ ਜਿਹੜਾ ਹੈਗਾ ਯੁਵਾ ਔਰ ਵਿਰਧ ਆਦਮੀ ਲੋਕ ਜਿਹੜੇ ਹੈਗੇ ਸੀ ਵਿਅਭਿਚਾਰ ਕਰਦੇ ਪਏ ਸੀ ਔਰ ਲੋਕਾਂ ਦੇ ਨਾਲ ਗਲਤ ਚੀਜ਼ਾਂ ਕਰਦੇ ਪਏ ਸੀ। But Sodom was prosperous on one side. ਲੇਕਿਨ ਸੋਦਮ ਜਿਹੜਾ ਹੈਗਾ ਬੜਾ ਪ੍ਰੋਸਪਰਸ ਹੈਗਾ ਸੀ ਇੱਕ ਪਾਸੇ। It's like today's countries. ਅੱਜ ਦੇ ਜਿਸ ਤਰ੍ਹਾਂ ਦੇਸ਼ ਹੈਗੇ ਨੇ ਉਸ ਤਰ੍ਹਾਂ। Homosexuality is rampant, abortion is rampant, but they are prosperous. ਹੋਮੋਸੈਕਸ਼ੁਅਲਿਟੀ ਔਰ ਲੋਕਾਂ ਨੂੰ ਬੱਚਿਆਂ ਨੂੰ ਮਾਰਨਾ ਜਿਹੜਾ ਹੈਗਾ ਬਹੁਤ ਜ਼ਿਆਦਾ ਹੈਗਾ ਲੇਕਿਨ ਪੈਸਾ ਬਹੁਤ ਹੈ ਲੋਕਾਂ ਕੋਲ। Ezekiel 16:49 describes. Ezekiel 16:49 ਦੇ ਅੰਦਰ ਲਿਖਿਆ ਹੈਗਾ Behold, this was the iniquity of thy sister Sodom. Pride, fullness of bread, abundance of idleness was in her and in her daughters. Neither did she strengthen the hand of the poor and the needy.
देख तेरी बहन सोदम का अधर्म यह था कि वह अपनी पुत्रियां सहित घमंड करती, पेट भर भर के खाती और सुख चैन से रहती और दीन दरिद्र को भी न संभालती। As we read in 1 John 2:16, the world entices us. ਜਿਸ ਤਰ੍ਹਾਂ ਅਸੀਂ ਪਹਿਲੇ ਯੋਹੰਨਾ 2:16 'ਚ ਦੇਖਿਆ ਹੈਗਾ ਕਿ ਦੁਨੀਆ ਜਿਹੜਾ ਹੈਗਾ ਸਾਨੂੰ ਲੋਭਿਤ ਕਰਦੀ ਹੈ। That all that is in the world, the lust of the flesh, the lust of the eyes, the pride of life, is not of the Father, but it is of the world. क्योंकि जो कुछ संसार में है अर्थात शरीर की अभिलाषा और आंखों की अभिलाषा और जीविका का घमंड यह पिता की ओर से नहीं परंतु संसार की ओर से है। The world keep enticing us. दुनिया ਜਿਹੜੀ ਹੈ ਸਾਨੂੰ ਲੋਭਿਤ ਕਰਦੀ ਹੈ। We work and work and work and we neglect God's word and prayer and family and everything else. ਅਸੀਂ ਜਿਹੜਾ ਹੈਗਾ ਕੰਮ ਕਰਦੇ ਰਹਿੰਦੇ ਹੈਗੇ ਆ ਔਰ ਅਸੀਂ ਜਿਹੜਾ ਹੈਗਾ ਨਜ਼ਰਅੰਦਾਜ਼ ਕਰ ਦਿੰਦੇ ਹੈਗੇ ਪਰਮੇਸ਼ਵਰ ਨੂੰ ਔਰ ਆਪਣੇ ਪਰਿਵਾਰ ਨੂੰ। We are conforming to the world. ਅਸੀਂ ਜਿਹੜਾ ਹੈਗਾ ਦੁਨੀਆ ਦੇ ਨਾਲ ਚਾਲ ਚੱਲਣ 'ਚ ਚੱਲਦੇ ਪਏ ਆ। Our churches should influence the world, but the world is influencing the church. ਸਾਡੀ ਕਲੀਸਿਆ ਜਿਹੜੀ ਹੈਗੀ ਹੈ ਉਹਨੂੰ ਬਦਲਣਾ ਚਾਹੀਦਾ ਹੈਗਾ ਦੁਨੀਆ ਨੂੰ, ਲੇਕਿਨ ਦੁਨੀਆ ਜਿਹੜੀ ਹੈਗੀ ਕਲੀਸਿਆ ਨੂੰ ਬਦਲਣਾ ਸ਼ੁਰੂ ਕਰਤਾ ਹੈ। The solution is to recognize the signs of corruption. ਇਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਪਹਿਚਾਨਣਾ ਹੈਗਾ ਕਿ ਇਹ ਅਧਰਮ ਸਾਡਾ ਕਲੀਸਿਆ ਦੇ ਅੰਦਰ ਆ ਰਿਹਾ ਹੈਗਾ। And be not conformed to this world, Romans 12:2, but be ye transformed by the renewing of your mind, that ye may prove what is good and acceptable and perfect will of God. रोमियो 12:2 च लिखा गया और इस संसार के सदृश न बनो परंतु तुम्हारी बुद्धि से नए होने के से तुम्हारा चाल चलन भी बदलता जाए, जिससे तुम परमेश्वर की भली और भावती और सिद्ध इच्छा अनुभव से मालूम करते रहो। The way to do it is when you read God's word, check your life, find out if there is something needs to be done, something needs to be changed, something needs to be broken down, do it. ਜਦੋਂ ਪਰਮੇਸ਼ਵਰ ਦਾ ਵਚਨ ਪੜੋ ਤਾਂ ਦੇਖੋ ਕਿ ਤੁਹਾਡੇ ਜੀਵਨ ਦੇ ਅੰਦਰ ਕੋਈ ਪਰਿਵਰਤਨ ਲਿਆਉਣਾ ਜ਼ਰੂਰੀ ਹੈਗਾ ਔਰ ਕੋਈ ਚੀਜ਼ ਤੋੜਨੀ ਜ਼ਰੂਰੀ ਹੈਗੀ ਹੈ ਤੇ ਜੇ ਹੈਗੀ ਹੈ ਤਾਂ ਉਹਨੂੰ ਤੋੜੋ। So first is to follow what Lord Jesus did. ਸਭ ਤੋਂ ਪਹਿਲਾਂ ਹੈਗਾ ਉਹਦੇ ਪਿੱਛੇ ਚਲੋ ਜੋ ਪ੍ਰਭੂ ਯਿਸੂ ਨੇ ਕੀਤਾ। Second thing is to be distinct from the world. ਦੂਜੀ ਚੀਜ਼ ਹੈ ਦੁਨੀਆ ਤੋਂ ਵੱਖਰੇ ਹੋ ਜਾਓ। Third thing I want to give you is some things as Christians which shows us we are conforming to the world. ਔਰ ਤੀਜੀ ਚੀਜ਼ ਹੈਗੀ ਹੈ ਕਿ ਜਿਹੜਾ ਮਸੀਹਾਂ ਨੂੰ ਸਾਨੂੰ ਦਰਸਾਉਂਦਾ ਹੈਗਾ ਹੈ ਕਿ ਅਸੀਂ ਦੁਨੀਆ ਦੇ ਪਿੱਛੇ ਕਿਸ ਤਰ੍ਹਾਂ ਚੱਲਦੇ ਪਏ ਗਏ ਹਾਂ। There are many things in scripture. I want to give you 6. ਬੜੀਆਂ ਚੀਜ਼ਾਂ ਹੈਗੀਆਂ ਵਚਨ ਦੇ ਅੰਦਰ, ਮੈਂ 6 ਚੀਜ਼ਾਂ ਦੇਣਾ ਚਾਹੁੰਦਾ। Somebody has said like this. ਕਿਸੇ ਨੇ ਇਸ ਤਰ੍ਹਾਂ ਕਿਹਾ It is natural for the ship to be on the water. ਇਹ ਪ੍ਰਾਕ੍ਰਿਤਿਕ ਹੈਗਾ ਹੈ ਕਿ ਇੱਕ ਬੋਟ ਜਿਹੜੀ ਹੈਗੀ ਹੈ ਉਹ ਪਾਣੀ ਦੇ ਉੱਤੇ ਹੋਵੇ। If the water is in the ship, then it is dangerous. ਲੇਕਿਨ ਜੇ ਪਾਣੀ ਜਿਹੜਾ ਹੈਗਾ ਬੋਟ ਦੇ ਅੰਦਰ ਹੋ ਜਾਏ ਤੇ ਉਹ ਖਤਰਨਾਕ ਹੈ। It is natural for the church to be in the world. ਇਹ ਪ੍ਰਾਕ੍ਰਿਤਿਕ ਹੈਗਾ ਕਿ ਕਲੀਸਿਆ ਜਿਹੜੀ ਹੈਗੀ ਹੈ ਦੁਨੀਆ 'ਚ ਹੋਵੇ। But it is dangerous for the world to come into scripture. Into the ship. ਲੇਕਿਨ ਖਤਰਨਾਕ ਹੈਗਾ ਜੇ ਦੁਨੀਆ ਜਿਹੜੀ ਹੈਗੀ ਹੈ ਕਲੀਸਿਆ ਦੇ ਅੰਦਰ ਆ ਜਾਵੇ। So what are the signs? ਤੇ ਚਿੰਨ੍ਹ ਕੀ ਹੈਗੇ ਨੇ? All of you are excited it? Let me get a smile or a yes or no. Are you happy? You're going to see some things. I may step on some people's toes, but I'm only telling you what the Lord has put in my heart. ਮੈਂ ਦਿਖਾਣਾ ਚਾਹੁੰਦਾ ਹੈਗਾ ਕਿ ਦੁਨਿਆਵੀ ਚੀਜ਼ਾਂ ਦੇ ਪਿੱਛੇ ਚੱਲਣਾ ਜਿਹੜਾ ਹੈਗਾ ਕੀ ਚਿੰਨ੍ਹ ਹੈਗੇ ਨੇ ਸਾਡੇ ਜੀਵਨ 'ਚ ਜਿਹੜੇ ਹੋ ਸਕਦੇ ਹੈਗੇ। A Christian, if a Christian is living for the same goals as the world, ਜੇ ਇੱਕ ਮਸੀਹੀ ਉਸੇ ਮਕਸਦ ਦੇ ਨਾਲ ਜੀਵਨ ਜੀਵਦਾ ਪਿਆ ਹੈਗਾ ਜਿਹੜੇ ਦੁਨੀਆ ਦੇ ਲੋਕ ਜਿੰਦੇ ਪਏ ਹੈਗੇ। Lot moved to Sodom to get ahead in life, being prosperous. ਲੂਤ ਜਿਹੜਾ ਹੈਗਾ ਸੋਦਮ ਤਾਂ ਚਲਾ ਗਿਆ ਕਿ ਉਹ ਮਾਲੀ ਰੂਪ ਦੇ ਨਾਲ ਜਿਹੜਾ ਹੈਗਾ ਚਾਹੁੰਦਾ ਸੀ ਕਿ ਮੈਂ ਪ੍ਰੋਸਪਰਸ ਹੋਵਾਂ। He didn't reach Sodom for God. ਉਹ ਜਿਹੜਾ ਹੈਗਾ ਪਰਮੇਸ਼ਵਰ ਵਾਸਤੇ ਜਿਹੜਾ ਹੈਗਾ ਸੋਦਮ ਨਹੀਂ ਗਿਆ ਸੀ। It says Genesis 13:11 and 13. ਉਤਪਤੀ 13 11 to 13. 11 ਤੋਂ 13 ਚ ਲਿਖਿਆ ਹੈਗਾ। Lot chose all the plain of Jordan. ਲੂਤ ਨੇ ਜਿਹੜਾ ਹੈਗਾ ਜਿੰਨੇ ਯਰਦਨ ਦੇ ਜਿੰਨੇ ਵੀ ਥਾਂ ਹੈਗਾ ਸੀ ਉਹਨੇ ਚੁਣ ਲਿੱਤਾ। Lot journeyed east. ਔਰ ਉਹ ਜਿਹੜਾ ਹੈਗਾ ਪੂਰਬ ਕੋਲ ਗਿਆ। Abraham dwelt in Canaan. ਔਰ ਅਬਰਾਹਮ ਜਿਹੜਾ ਹੈਗਾ ਕਨਾਨ ਚ ਰਿਹਾ। Lot dwelled in the cities of the plain. ਔਰ ਜਿਹੜੀ ਪਲੇਨ ਦੀ ਸਿਟੀਜ਼ ਹੈਗੀਆਂ ਸੀ ਉੱਥੇ ਜਾ ਕੇ ਲੂਤ ਰਿਹਾ। And pitched his tent toward Sodom. ਔਰ ਆਪਣੇ ਤੰਬੂ ਜਿਹੜੇ ਹੈਗੇ ਸੋਦਮ ਦੀ ਔਰ ਜਿਹੜਾ ਹੈਗਾ ਲਗਾਏ ਨਾ। But the scripture comes with a warning. ਲੇਕਿਨ ਵਚਨ ਜਿਹੜਾ ਹੈਗਾ ਉਹ ਚੇਤਾਵਨੀ ਦੇ ਨਾਲ ਆਂਦਾ। But the men of Sodom were wicked and sinners before the Lord exceedingly. ਲੇਕਿਨ ਜਿਹੜੇ ਲੋਕ ਹੈਗੇ ਸੀ ਸੋਦਮ ਦੇ ਉਹ ਬਹੁਤ ਹੀ ਤੀਵਰ ਇੱਛਾ ਦੇ ਨਾਲ ਜਿਹੜਾ ਹੈਗਾ ਪਰਮੇਸ਼ਵਰ ਦੇ ਕਪਟੀ ਮੰਨੇ ਜਾਂਦੇ ਸੀ। We don't know how long he lived. ਸਾਨੂੰ ਨਹੀਂ ਪਤਾ ਕਿੰਨੀ ਦੇਰ ਰਿਹਾ ਉਹ। We don't know whether his children were born before he moved or after he moved. ਸਾਨੂੰ ਇਹ ਵੀ ਨਹੀਂ ਪਤਾ ਕਿ ਉਹਦੇ ਬੱਚੇ ਜਿਹੜਾ ਹੈਗਾ ਉਹਨਾਂ ਦਾ ਜਨਮ ਜਿਹੜਾ ਤਦ ਹੋਇਆ ਕਿ ਜਦੋਂ ਉਹ ਚਲਾ ਗਿਆ ਜਾਂ ਉਸ ਤੋਂ ਪਹਿਲੇ। But we come to 19 where
his daughters are grown up to be young women. ਅਸੀਂ ਜਿਹੜਾ ਹੈਗਾ ਉਤਪਤੀ 19 ਚਾਹੁੰਦੇ ਹੈਗੇ ਆ ਜਿੱਥੇ ਉਹਦੀ ਬੇਟੀਆਂ ਜਿਹੜੀ ਹੈਗੀਆਂ ਵੱਡੀਆਂ ਹੋ ਗਈਆਂ ਹੈਗੀਆਂ It is interesting, in chapter 19:1 it says like this. ਉਤਪਤੀ 19 ਦੇ ਅੰਦਰ 1 ਚ ਲਿਖਿਆ ਹੈ Lot was sitting at the gate of Sodom. ਉਹ ਜਿਹੜਾ ਹੈਗਾ ਜਿਹੜਾ ਗੇਟ ਹੈਗਾ ਸੀ ਸੋਦਮ ਦਾ ਉੱਥੇ ਲੋਟ ਦੂਤ ਬੈਠਾ ਹੋਇਆ ਸੀ Many times I have read this, many times, but I have missed it. ਕਈ ਵਾਰ ਮੈਂ ਉਹਨੂੰ ਪੜ੍ਹਿਆ ਹੈਗਾ ਲੇਕਿਨ ਹਮੇਸ਼ਾ ਭੁੱਲ ਜਾਂਦਾ ਨਹੀਂ ਸਮਝ ਆਉਂਦਾ If you read the book of Ruth and other places, it shows people who sit at the gate are people of importance or people who are really wealthy. ਜੇ ਤੁਸੀਂ ਬਾਕੀ ਪੁਸਤਕਾਂ ਪੜ੍ਹੋ ਤੇ ਉਹਦੇ ਅੰਦਰ ਤੁਹਾਨੂੰ ਪਤਾ ਚੱਲੇਗਾ ਕਿ ਜੋ ਗੇਟ ਦੇ ਉੱਤੇ ਬੈਠੇ ਹੁੰਦੇ ਹੈਗੇ ਨੇ ਉਹ ਮਾਲੀ ਰੂਪ ਨਾਲ ਜਿਹੜਾ ਹੈ ਬੜੇ ਸਕਸੈਸਫੁਲ ਹੁੰਦੇ ਹੈ He also had a house in the city, the 3rd verse says. ਉਹ ਤੀਜੇ ਵਰਸ ਦੇ ਅੰਦਰ ਲਿਖਿਆ ਹੈ ਕਿ ਉਹਦਾ ਘਰ ਵੀ ਹੈਗਾ ਸੀ ਸ਼ਹਿਰ ਦੇ ਅੰਦਰ Paul says this, ਪੌਲਸ ਨੇ ਇਸ ਤਰ੍ਹਾਂ ਕਿਹਾ 1 Timothy 6:9. ਪਹਿਲਾ ਟਿਮੋਥੀ 6:9 But they that will be rich fall into temptation ਕਿ ਜਿਹੜੇ ਅਮੀਰ ਹੈਗੇ ਉਹ ਲੁਭੋਵਿਤ ਹੋਣਗੇ and into many foolish and hurtful lusts, ਔਰ ਬੜੀ ਗਲਤ ਚੀਜ਼ਾਂ ਦਾ ਉਹਨਾਂ ਨੂੰ ਲੁਭੋ ਕਰੇਗਾ which drown men in destruction and perdition. ਜਿਹਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਨਸ਼ਟ ਹੋ ਜਾਣਗੇ ਉਹ ਲੋਕ Everyone as a Christian should ask this question. ਹਰ ਮਸੀਹ ਜਿਹੜਾ ਹੈਗਾ ਇਹ ਸਵਾਲ ਪੁੱਛਣਾ ਚਾਹੀਦਾ ਉਹਨੂੰ How are the goals in my life different from the person next door who doesn't know Lord Jesus Christ? ਕਿ ਮੇਰੇ ਜੀਵਨ ਦੇ ਉਦੇਸ਼ ਜਿਹੜੇ ਹੈਗੇ ਨੇ ਉਹ ਕਿਸ ਤਰ੍ਹਾਂ ਵੱਖਰੇ ਹੈਗੇ ਨੇ ਉਹਦੇ ਕੋਲੋਂ ਜਿਹੜਾ ਮੇਰਾ ਪੜੋਸੀ ਹੈਗਾ ਜਿਹੜਾ ਪਰਮੇਸ਼ਰ ਨੂੰ ਨਹੀਂ ਜਾਣਦਾ The Lord has always cautioned us, even in the Sermon on the Mount. ਤੇ ਜਿਹੜਾ ਪਹਾੜ ਦੇ ਉੱਤੇ ਉਹਨਾਂ ਨੇ ਪ੍ਰਚਾਰ ਕੀਤਾ ਸੀ ਉਹਦੇ ਤੇ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਸੀ Seek ye first the kingdom of God. ਪਹਿਲਾਂ ਜਿਹੜਾ ਹੈਗਾ ਪਰਮੇਸ਼ਰ ਦੇ ਰਾਜ ਨੂੰ ਲੱਭੋ Where your treasure is, that is where your heart is. ਜਿੱਥੇ ਤੁਹਾਡਾ ਟ੍ਰੈਜਰ ਹੈਗਾ ਉੱਥੇ ਤੁਹਾਡਾ ਦਿਲ ਹੋਵੇਗਾ So first thing to sit down and check is what are our goals? ਸਭ ਤੋਂ ਪਹਿਲਾਂ ਦੇਖਣਾ ਹੈਗਾ ਕਿ ਤੁਹਾਡੇ ਜਿਹੜੇ ਉਦੇਸ਼ ਹੈਗੇ ਜੀਵਨ ਦੇ ਉਹ ਕੀ ਹੈਗੇ Is it just to live comfortably in this world? ਕਿ ਇਹੀ ਹੈਗਾ ਕਿ ਤੁਸੀਂ ਦੁਨੀਆ ਦੇ ਅੰਦਰ ਜਿਹੜਾ ਹੈਗਾ ਆਰਾਮਪੂਰਕ ਜੀਵਨ ਬਤੀਤ ਕਰੋ If we live according to the worldly goals, ਜੇ ਤੁਸੀਂ ਦੁਨਿਆਵੀ ਉਦੇਸ਼ ਦੇ ਨਾਲ ਜੀਓਗੇ sooner or later we will be polluted by the worldly corruption. ਅੱਗੇ ਚੱਲ ਕੇ ਜਿਹੜਾ ਹੈਗਾ ਦੁਨੀਆ ਦੀ ਜਿਹੜੀ ਅਧਰਮ ਹੈਗਾ ਉਹ ਤੁਹਾਡੇ ਅੰਦਰ ਵੀ ਆ ਜਾਵੇਗਾ The second sign that we have worldliness is we have self-centered morals. ਔਰ ਦੂਜਾ ਚਿੰਨ੍ਹ ਜਿਹੜਾ ਹੈਗਾ ਜਿਹੜਾ ਦਿਖਾਉਂਦਾ ਹੈਗਾ ਕਿ ਤੁਸੀਂ ਦੁਨਿਆਵੀ ਹੈਗੇ ਹੋ ਉਹ ਹੈਗਾ ਕਿ ਤੁਸੀਂ ਆਪਣੇ ਬਾਰੇ ਜਿਹੜੇ ਹੈਗੇ ਨੈਤਿਕ ਰੂਪ ਨਾਲ ਜਿਹੜਾ ਤੁਹਾਡੇ ਆਪਣੇ ਹੀ ਵਿਚਾਰ ਹੈਗੇ When you read the story, you think that maybe Lot was very morally not corrupt. ਤੇ ਜੇ ਅਸੀਂ ਕਹਾਣੀ ਪੜ੍ਹਨੇ ਹੈਗੇ ਆ ਤੇ ਸਾਨੂੰ ਲੱਗਦਾ ਹੈਗਾ ਕਿ ਨੈਤਿਕ ਰੂਪ ਨਾਲ ਜਿਹੜਾ ਹੈਗਾ ਉਹ ਅਧਰਮ ਨਹੀਂ ਹੈਗਾ ਸੀ When the two visitors came and these people came and knocked on his house and tried to break the door down, he said like this. ਜਦੋਂ ਇਹ ਦੋ ਜਿਹੜੇ ਲੋਕ ਆਏ ਸੋਦਮ ਵਿੱਚ ਜਿਹੜਾ ਹੈਗਾ ਔਰ ਉਹਨਾਂ ਨੂੰ ਆਪਣੇ ਘਰ ਵਿੱਚ ਉਹਨੇ ਰੱਖ ਲਿੱਤਾ ਤੇ ਉਹਦੇ ਬਾਅਦ ਉੱਥੇ ਦੇ ਲੋਕ ਆਏ ਸੋਦਮ ਦੇ ਲੋਕ ਆਏ ਔਰ ਉਹ ਖਟਖਟਾਉਂਦੇ ਪਏ ਹੈਗੇ ਸੀ ਉਹਦੇ ਬੂਏ ਨੂੰ ਤੇ ਇਸ ਤਰ੍ਹਾਂ ਉਹਨੇ ਕਿਹਾ Genesis 19:7 he says, please my brothers do not do so wickedly. ਉਤਪਤੀ 19:7 ਅੰਦਰ ਕਿਹਾ ਹੈ ਮੇਰੇ ਭਾਈਓ ਐਸੀ ਬੁਰਾਈ ਨਾ ਕਰੋ What he said next is unbelievable. ਜੋ ਦੂਜੀ ਚੀਜ਼ ਕਹੀ ਉਹਨੇ ਉਹਦੇ ਬਾਅਦ ਵਿਸ਼ਵਾਸ ਹੀ ਨਹੀਂ ਹੁੰਦਾ He offered to give them his 2 virgin daughters. ਤੇ ਉਹਨਾਂ ਨੇ ਕਿਹਾ ਕਿ ਦੋ ਕੁਆਰੀ ਬੇਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਰਪਿਤ ਕਰ ਦਿੰਦਾ ਮੈਂ ਤੁਹਾਨੂੰ This always puzzled me. ਇਹ ਹਮੇਸ਼ਾ ਜਿਹੜੀ ਚੀਜ਼ ਹੈ ਮੈਨੂੰ ਸਮਝ ਨਹੀਂ ਆਉਂਦੀ ਸੀ He ਕਿਉਂ was trying to prevent one sin by suggesting another sin. ਕਿ ਉਹ ਇੱਕ ਪਾਪ ਨੂੰ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਸੀ ਕਿ ਨਾ ਕਰਨ ਲੋਕੀ ਉਹ ਦੂਜੇ ਪਾਪ ਨੂੰ ਕਰਕੇ I want to show you the moral corruption here. ਇਹ ਇੱਥੇ ਜਿਹੜਾ ਹੈਗਾ ਜਿਹੜੀ ਨੈਤਿਕ ਗਲਤ ਅਧਰਮ ਹੈਗਾ ਮੈਂ ਉਹ ਦੱਸਣਾ ਚਾਹੁੰਦਾ Because when you as a Christian, you adopt the worldly standard and you form your own moral code. ਜਦੋਂ ਤੁਸੀਂ ਦੁਨਿਆਵੀ ਚੀਜ਼ਾਂ ਦਾ ਸਤਰ ਆਪਣੇ ਜੀਵਨ ਦੇ ਉੱਤੇ ਉਤਾਰ ਲੈਂਦੇ ਹੈਗੇ ਹੋ ਤੇ ਤੁਹਾਡਾ ਨੈਤਿਕ ਜਿਹੜਾ ਹੈਗਾ ਰੀਜ਼ਨਿੰਗ ਉਹ ਗਲਤ ਹੋ ਜਾਂਦੀ ਹੈਗੀ ਹੈ Unfortunately, his daughters learnt from him. We will see that. ਇਹ ਦੁਖਦ ਹੈਗਾ ਕਿ ਬੇਟੀਆਂ ਨੇ ਜਿਹੜਾ ਹੈਗਾ ਇਹੀ ਚੀਜ਼ਾਂ ਜਿਹੜੀਆਂ ਆਪਣੇ ਪਿਤਾ ਕੋਲੋਂ ਸਿੱਖੀ We are worldly when as a Christian we are more concerned of our status than our family. ਅਸੀਂ ਜਿਹੜਾ ਹੈਗਾ ਦੁਨਿਆਵੀ ਚੀਜ਼ਾਂ ਦੇ ਪਿੱਛੇ ਤਾਂ ਚੱਲਦੇ ਪਏ ਹੈਗੇ ਜਦੋਂ ਸਾਡਾ ਸਟੇਟਸ ਜਿਹੜਾ ਹੈਗਾ ਉਸ ਜਗ੍ਹਾ ਦੇ ਉੱਤੇ ਕੀ ਹੈਗਾ ਬਨਸਪਤ ਕੇ ਪਰਮੇਸ਼ਵਰ ਕੀ ਸੋਚਦੇ Lot was willing to sacrifice his daughters to save the guests.
ਲੂਤ ਜਿਹੜਾ ਹੈਗਾ ਉਹ ਬਲੀਦਾਨ ਕਰਦਾ ਪਿਆ ਹੈਗਾ ਸੀ ਆਪਣੀ ਬੇਟੀਆਂ ਦਾ, ਆਪਣੇ ਜਿਹੜੇ ਆਏ ਹੋਏ ਸੀ ਘਰ ਦੇ ਅੰਦਰ ਲੋਕ, ਉਹਨਾਂ ਨੂੰ ਬਚਾਉਣ ਵਾਸਤੇ। It was a big social custom at that time that you had to protect anyone who comes under your roof. ਉਸ ਵੇਲੇ ਜਿਹੜਾ ਹੈਗਾ ਇੱਕ ਵੱਡੀ ਚੀਜ਼ ਹੈਗੀ ਸੀ, ਮੰਨੀ ਜਾਂਦੀ ਸੀ ਕਿ ਤੁਹਾਡੇ ਘਰ ਦੇ ਥੱਲੇ ਜਿਹੜਾ ਜੋ ਵੀ ਆਇਆ ਹੈਗਾ, ਸ਼ਰਨ ਵਿੱਚ ਆਇਆ ਹੈ, ਉਹਨੂੰ ਜਿਹੜਾ ਹੈਗਾ ਤੁਹਾਨੂੰ ਤੁਸੀਂ ਬਚਾਉਣਾ ਹੈ ਕਿਸੇ ਵੀ ਕਾਸਟ ਤੇ। But listen to me, the most important fact is that sexual immorality was not a concern in Sodom. ਲੇਕਿਨ ਵੱਡੀ ਚੀਜ਼ ਹੈਗੀ ਹੈ ਕਿ ਸੈਕਸ਼ੂਅਲ ਇਮੋਰੈਲਿਟੀ ਜਿਹੜੀ ਹੈਗੀ ਹੈ, ਇਹਨੂੰ ਵੱਡਾ ਪਾਪ ਨਹੀਂ ਮੰਨਿਆ ਜਾਂਦਾ ਸੀ ਸੋਦੋਮ ਦੇ ਅੰਦਰ। To protect his status, Lot tried to protect his guests at the expense of his daughters. ਤੇ ਆਪਣੇ ਨਾਂ ਨੂੰ ਬਚਾਉਣ ਵਾਸਤੇ ਜਿਹੜਾ ਹੈਗਾ ਜਿਹੜੇ ਆਏ ਹੈਗੇ ਸੀ ਘਰ ਦੇ ਅੰਦਰ ਉਹਦੇ ਬੰਦੇ, ਉਹ ਸ਼ਰਨ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਬਚਾਉਣ ਵਾਸਤੇ ਆਪਣੀ ਬੇਟੀਆਂ ਦਾ ਜਿਹੜਾ ਹੈਗਾ ਬਲੀਦਾਨ ਕਰਦਾ ਪਿਆ I'm ਸੀ। sure none of us will do what Lot did, ਲੂਤ ਨੇ ਜੋ ਕੀਤਾ ਮੈਨੂੰ ਜ਼ਰੂਰ ਪੱਕਾ ਹੈਗਾ ਕਿ ਕੋਈ ਵੀ ਸਾਡੇ ਚੋਂ ਨਹੀਂ ਇਹੋ ਜਿਹੀ ਚੀਜ਼ ਕਰੇਗਾ, but we do other things. ਲੇਕਿਨ ਅਸੀਂ ਵੱਖਰੀਆਂ ਚੀਜ਼ਾਂ ਕਰਦੇ ਹਾਂ। We work long hours. ਅਸੀਂ ਜ਼ਿਆਦਾ ਘੰਟੇ ਕੰਮ ਕਰਨੇ ਆ, We neglect family. ਅਸੀਂ ਪਰਿਵਾਰ ਨੂੰ ਜਿਹੜਾ ਹੈਗਾ ਨਿਗਲੈਕਟ ਕਰ ਦਿੰਦੇ We ਆ। want the status that comes with success. ਸਾਨੂੰ ਜਿਹੜਾ ਹੈਗਾ ਸਫਲਤਾ ਦੇ ਨਾਲ ਜਿਹੜਾ ਸਟੇਟਸ ਮਿਲਦਾ ਹੈਗਾ, ਸਾਨੂੰ ਅਸੀਂ ਉਹਦੇ ਪਿੱਛੇ ਦੌੜਨੇ ਆ। Who does the world call successful? ਦੁਨੀਆ ਜਿਹੜਾ ਹੈਗਾ ਕਿਹਨੂੰ ਕਹਿੰਦੀ ਹੈ ਕਿ ਇਹ ਬੰਦਾ ਸਫਲ ਹੈ? Is it the person who raised their family in the fear of the Lord, or who has a big bank balance? ਕਿ ਇਹੋ ਜਿਹਾ ਇਨਸਾਨ ਜਿਨੇ ਆਪਣੇ ਪਰਿਵਾਰ ਨੂੰ ਜਿਹੜਾ ਹੈਗਾ ਵਧਾਇਆ ਹੈਗਾ ਪਰਮੇਸ਼ਵਰ ਦੇ ਡਰ ਦੇ ਅੰਦਰ, ਜਾਂ ਇਹੋ ਜਿਹਾ ਇਨਸਾਨ ਜਿਹਦੇ ਕੋਲ ਬਹੁਤ ਪੈਸੇ ਹੈਗੇ ਨੇ? Who can tell me? ਕੌਣ ਦੱਸ ਸਕਦਾ? More money, BMW in the driveway. ਜਿਹਦੇ ਕੋਲ Sorry, I'm not. ਜ਼ਿਆਦਾ ਪੈਸੇ ਜਿਹਦੇ ਕੋਲ ਹੈਗੇ, Mercedes Benz, let's put it that way it is new. ਜਿਹਦੇ ਕੋਲ ਵੱਡੀਆਂ ਕਾਰੀਆਂ ਹੈਗੀਆਂ, ਗੱਡੀਆਂ That's ਹੈਗੀਆਂ, what the world thinks. ਜੋ ਦੁਨੀਆ That you ਸੋਚਦੀ should ਹੈ have a Mercedes Benz, you have to have a big house, you have to have big thing, then you are successful. ਜੇ ਤੁਹਾਡੇ ਕੋਲ ਬੜੀ ਕਾਰਾਂ ਹੈਗੀਆਂ, ਪੈਸਾ ਹੈਗਾ, ਤਾਂ ਤੁਸੀਂ ਸਫਲ ਹੈਗੇ ਹੋ। You know, it doesn't carry the same weight if you have a small house and you have brought up your children in the fear of the Lord. ਕਿ ਉਨੀ ਜਿਹੜੀ ਵਜ਼ਨੀ ਚੀਜ਼ ਨਹੀਂ ਮੰਨੀ ਜਾਂਦੀ ਹੈਗੀ ਜੇ ਤੁਹਾਡੇ ਕੋਲ ਘਰ ਛੋਟਾ ਹੋਵੇ ਔਰ ਤੁਸੀਂ ਲੇਕਿਨ ਬੱਚਿਆਂ ਨੂੰ ਆਪਣੇ ਜਿਹੜਾ ਹੈਗਾ ਪਰਮੇਸ਼ਵਰ ਦੇ ਡਰ ਦੇ ਅੰਦਰ ਤੁਸੀਂ ਉਹਨਾਂ ਨੂੰ ਪਰਵਰਿਸ਼ ਕੀਤੀ ਹੈ। When we buy into that status, we are being conformed to the world. ਜਦੋਂ ਅਸੀਂ ਉਸ ਸਤਰ ਦੇ ਪਿੱਛੇ ਦੌੜਨਾ ਸ਼ੁਰੂ ਕਰਦੇ ਹੈਗੇ ਆ ਤੇ ਅਸੀਂ ਜਿਹੜਾ ਹੈਗਾ ਦੁਨੀਆ ਦੇ ਪਿੱਛੇ ਚੱਲਦੇ ਪਏ ਹਾਂ। The fourth thing, a Christian compromises the teaching of God's word to become popular. ਕਿ ਚੌਥੀ ਚੀਜ਼ ਹੈਗੀ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਮਸ਼ਹੂਰ ਹੋਣਾ ਚਾਹੁੰਦੇ ਹੈਗੇ ਆ, Therefore, the world will not respect us. ਤੇ ਪਰ ਵਚਨ ਜਿਹੜਾ ਹੈਗਾ ਉਹ ਸਾਡਾ ਆਦਰ ਨਹੀਂ ਕਰੇਗਾ। In all the years that Lot was in Sodom, ਉਹ ਸਾਰੇ ਸਾਲ ਜਿਹੜੇ ਜਦੋਂ ਲੂਤ ਸੋਦਮ ਵਿੱਚ ਹੈਗਾ ਸੀ, there may be a few times he would have tried to talk to them about God. ਹੋ ਸਕਦਾ ਹੈ ਪਰਮੇਸ਼ਵਰ ਦੇ ਬਾਰੇ 'ਚ ਉਹਨੇ ਥੋੜੀ ਬਹੁਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, But now he tries to tell them that Sodom is going to be destroyed. ਲੇਕਿਨ ਹੁਣ ਜਿਹੜਾ ਹੈਗਾ ਉਹਨਾਂ ਨੂੰ ਕਹਿਣ ਲੱਗਦਾ ਪਿਆ ਹੈਗਾ ਕਿ ਸੋਦਮ ਜਿਹੜਾ ਹੈਗਾ ਨਸ਼ਟ ਕਰ ਦਿੱਤਾ ਜਾਵੇਗਾ। Genesis 19:9, they laugh at him. ਉਤਪਤੀ 19:9 ਦੇ ਅੰਦਰ ਉਹਦੇ ਉੱਤੇ ਹੱਸਦੇ ਹੈਗੇ ਲੋਕ। Even his future sons-in-law will not listen to him. ਜੋ ਉਹਦੇ ਹੋਣ ਵਾਲੇ ਜਿਹੜੇ ਹੈਗੇ ਬੇਟੀਆਂ ਦੇ ਪਤੀ ਹੋਣ ਵਾਲੇ ਹੈਗੇ ਨੇ, ਉਹ ਵੀ ਨਹੀਂ ਸੁਣਦੇ ਉਹਦੀ। The reason they don't believe him, ਇਹ ਰੀਜ਼ਨ ਕਿ ਉਹ ਵਿਸ਼ਵਾਸ ਨਹੀਂ ਕਰਦੇ, because it's out of character for him to get alarmed about spiritual matters. ਕਿ ਇਹ ਪ੍ਰਕਿਰਤਿਕ ਨਹੀਂ ਹੈਗਾ ਕਿ ਉਹ ਰੂਹਾਨੀ ਚੀਜ਼ਾਂ ਦੇ ਬਾਰੇ 'ਚ ਜਿਹੜਾ ਹੈਗਾ ਉਹਨੂੰ ਚਿੰਤਾ ਹੋਵੇ। He lived in Sodom with the similar goals. ਉਹ ਜਿਹੜਾ ਹੈਗਾ ਸੋਦਮ ਵਿੱਚ ਰਿਹਾ ਹੈਗਾ ਔਰ ਉਹਦੇ ਜੀਵਨ ਦੇ ਮਕਸਦ ਉਹੀ ਸੀ ਜਿਹੜੇ ਸੋਦਮ ਦੇ ਲੋਕਾਂ ਦੇ ਸੀ। Suddenly he gets religion and nobody believes him. ਅਚਾਨਕ ਦੇ ਅੰਦਰ ਜਿਹੜਾ ਹੈਗਾ ਉਹਦੇ ਅੰਦਰ ਧਰਮ ਆ ਜਾਂਦਾ ਹੈਗਾ, ਕੋਈ ਵਿਸ਼ਵਾਸ ਨਹੀਂ ਕਰਦਾ। Of course there will be mockers in this world. ਦੁਨੀਆ ਦੇ ਅੰਦਰ ਜਿਹੜਾ ਹੈਗਾ ਠੱਠਾ ਬਣਾਉਣ ਵਾਲੇ ਲੋਕ ਹੋਣਗੇ ਜ਼ਰੂਰ। No Christian will, if true Christian will win a popularity contest. ਕੋਈ ਵੀ ਸੱਚਾ ਮਸੀਹੀ ਜਿਹੜਾ ਹੈਗਾ ਕੋਈ ਮਸ਼ਹੂਰੀ ਦਾ ਜਿਹੜਾ ਕੰਟੈਸਟ ਨਹੀਂ ਜਿੱਤੇਗਾ। There is a difference between being liked and being respected. ਇਹ ਅੰਤਰ ਹੈਗਾ ਕਿ ਤੁਹਾਨੂੰ ਲੋਕੀ ਜਿਹੜਾ ਹੈਗਾ ਲਾਈਕ ਕਰਨ ਜਾਂ ਫਿਰ ਤੁਹਾਡਾ ਆਦਰ ਕਰਨ। The world may not respect you because you have lived like the world for so long. ਪਰ ਦੁਨੀਆ ਜਿਹੜੇ ਦੇ ਲੋਕ ਹੈਗੇ ਤੁਹਾਡਾ ਹੋ ਸਕਦਾ ਆਦਰ ਤਾਂ ਨਾ ਕਰਨ ਕਿਉਂਕਿ ਤੁਸੀਂ ਬੜੀ ਦੇਰ ਤੱਕ ਜਿਹੜਾ ਹੈਗਾ ਦੁਨੀਆ ਦੇ ਲੋਕਾਂ ਦੇ ਜੀਵਨ ਦੇ ਅਨੁਸਾਰ ਤੁਸੀਂ ਇਹ ਜੀਵਨ ਬਤੀਤ ਕੀਤਾ। Suddenly you are concerned about God and morality. ਅਚਾਨਕ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਧਿਆਨ ਆ ਜਾਂਦਾ ਹੈਗਾ ਪਰਮੇਸ਼ਵਰ ਦਾ ਔਰ ਨੈਤਿਕਤਾ ਦਾ। Coming from the background I came to the Lord and I started telling my friends about Lord Jesus Christ. ਜਿਸ ਤਰ੍ਹਾਂ ਮੇਰਾ ਵੀ ਜਿਹੜਾ ਹੈਗਾ ਬੈਕਗ੍ਰਾਉਂਡ ਹੈਗਾ ਸੀ, ਮੈਂ ਪ੍ਰਭੂ ਚ ਆਇਆ ਤੇ ਮੈਂ ਲੋਕਾਂ ਨੂੰ ਵੀ ਜਿਹੜਾ ਹੈਗਾ ਪ੍ਰਭੂ ਯਿਸੂ ਦੇ ਬਾਰੇ ਚ ਕਹਿਣਾ ਸ਼ੁਰੂ ਕਰਤਾ। They laughed at me. ਉਹ ਮੇਰੇ ਤੇ ਹੱਸੇ। They scorned me.
ਉਹਨਾਂ ਨੇ ਠੱਠਾ ਲਾਇਆ। The world may not like your viewpoint, ਹੋ ਸਕਦਾ ਹੈ ਦੁਨੀਆ ਜਿਹੜੇ ਤੁਹਾਡੇ ਵਚਨਾਂ ਨੂੰ ਨਾ ਪਸੰਦ ਕਰੇ, but over time, if you live that constant Christian life, ਲੇਕਿਨ ਸਮੇਂ ਦਰ ਸਮੇਂ ਜਿਹੜਾ ਹੈਗਾ ਤੁਸੀਂ ਮਸੀਹ ਜੀਵਨ ਬਤੀਤ ਕਰਦੇ ਰਹੋ, most times they will start to respect you. ਜ਼ਿਆਦਾਤਰ ਜਿਹੜਾ ਹੈਗਾ ਤੁਹਾਡਾ ਆਦਰ ਕਰਨਾ ਸ਼ੁਰੂ ਕਰ It ਦੇਣਗੇ। is the same thing with our children. ਇਹ ਸਾਡੇ ਬੱਚਿਆਂ ਦੇ ਨਾਲ ਵੀ ਇਹੀ ਚੀਜ਼ ਹੈਗਾ। They are looking at you, parents. They are looking at you to see how you bring God into your life, how you follow God. They are looking at you. ਉਹ ਇਹ ਦੇਖਦੇ ਪਏ ਹੈਗੇ ਕਿ ਮਾਤਾ ਪਿਤਾ ਉਹਨਾਂ ਦੇ ਜੀਵਨ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਕਿੱਥੇ ਹੈਗਾ। Sadly, that is what happened to Lot's children. We will see that. ਦੁਖਦ ਦੇ ਨਾਲ ਜਿਹੜਾ ਹੈਗਾ ਲੂਤ ਦੇ ਜਿਹੜੇ ਬੱਚਿਆਂ 'ਚ ਇਹੀ ਚੀਜ਼ ਹੋਈ। Another thing that tells us we have this sin of worldliness is this. ਦੂਜੀ ਚੀਜ਼ ਜਿਹੜੀ ਸਾਨੂੰ ਇਹ ਦੱਸਦੀ ਹੈਗੀ ਹੈ ਕਿ ਅਸੀਂ ਦੁਨਿਆਵੀ ਚੀਜ਼ਾਂ ਦੇ ਪਿੱਛੇ ਚੱਲਦੇ ਪਏ ਹਾਂ, ਉਹ ਇਹ ਹੈਗਾ A Christian doesn't give up some sin or something he or she latches on, even after conviction of the Holy Spirit. ਇੱਕ ਮਸੀਹ ਜਿਹੜਾ ਹੈਗਾ ਇੱਕ ਪਾਪ ਨੂੰ ਫੜੇ ਨਹੀਂ ਰੱਖਦਾ ਉਹਦੇ ਬਾਅਦ ਜਦੋਂ ਪਵਿੱਤਰ ਆਤਮਾ ਉਹਨੂੰ ਦਿਖਾਉਂਦਾ ਹੈ ਕਿ ਇਹ ਪਾਪ ਹੈ। When you read the story in Genesis 19, ਜਦੋਂ ਅਸੀਂ ਉਤਪਤੀ 19 ਦੇ ਅੰਦਰ ਕਹਾਣੀ ਪੜ੍ਹਨੇ ਆ 15 to 16 verses, 15 ਤੋਂ 16 ਵਰਸ ਦੇ ਅੰਦਰ, he was hesitant. ਉਹ ਜਿਹੜਾ ਹੈਗਾ ਝਿਜਕਦਾ ਪਿਆ ਸੀ। He couldn't have saved anything. ਉਹ ਕੁਝ ਵੀ ਨਹੀਂ ਬਚਾ ਸਕਦਾ ਸੀ। He could have lost his own life and the life of his family. ਉਹ ਜਿਹੜਾ ਹੈਗਾ ਆਪਣਾ ਜੀਵਨ ਔਰ ਆਪਣੇ ਪਰਿਵਾਰ ਦਾ ਜੀਵਨ ਜਿਹੜਾ ਉਹਦਾ ਖਤਮ ਹੋ ਸਕਦਾ ਸੀ। Yet Lot hesitated. ਤਾਂ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਝਿਜਕਦਾ ਪਿਆ ਸੀ। Where your treasure is, there is your heart also. ਜਿੱਥੇ ਤੁਹਾਡਾ ਤਨ ਹੈਗਾ ਉੱਥੇ ਤੁਹਾਡਾ ਮਨ ਵੀ ਲੱਗਿਆ ਰਹੇਗਾ। Your heart will always follow your treasure. ਤੁਹਾਡਾ ਮਨ ਜਿਹੜਾ ਹੈਗਾ ਤੁਹਾਡੇ ਤਨ ਦੇ ਪਿੱਛੇ ਦੌੜਦਾ ਰਹੇਗਾ। If your treasure is in the things that God has blessed you with, that's where your heart will be. ਜੇ ਤੁਹਾਡਾ ਮਨ ਜਿਹੜਾ ਹੈਗਾ ਉਹਨਾਂ ਦੇ ਉੱਤੇ ਹੈਗਾ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਨੇ ਤੁਹਾਨੂੰ ਆਸ਼ੀਸ਼ਿਤ ਕੀਤਾ ਹੈਗਾ ਤੇ ਤੁਹਾਡਾ ਦਿਲ ਵੀ ਉਹਦੇ ਪਿੱਛੇ ਲੱਗਿਆ ਰਹੇਗਾ। Even when you read God's word and God's word convicts, you don't want to give it up. ਤਾਂ ਵੀ ਤੁਸੀਂ ਪਰਮੇਸ਼ਵਰ ਦਾ ਵਚਨ ਪੜੋਗੇ ਔਰ ਪਰਮੇਸ਼ਵਰ ਦਾ ਵਚਨ ਤੁਹਾਨੂੰ ਕਨਵਿਕਟ ਕਰਦਾ ਹੈ ਤੇ ਤਾਂ ਵੀ ਤੁਸੀਂ ਜਿਹੜੇ ਪਿੱਛੇ ਨਹੀਂ ਛੋੜੋਗੇ ਉਹਦਾ। This is worldliness. ਇਹ ਦੁਨਿਆਵੀਪਨ ਹੈਗਾ। The sixth thing, the Christian tries to keep a little bit of sin even after being convicted by the word of God. ਛठी ਚੀਜ਼ ਹੈਗੀ ਹੈ ਕਿ ਥੋੜਾ ਜਿਹਾ ਪਾਪ ਜਿਹੜਾ ਹੈਗਾ ਆਪਣੇ ਜੀਵਨ ਦੇ ਅੰਦਰ ਛੱਡ ਦਿੰਦੇ ਹੈਗੇ ਨੇ ਮਸੀਹ ਕਨਵਿਕਟ ਹੋਣ ਦੇ ਬਾਅਦ ਵੀ। Lot and his family were reluctant to leave Sodom. ਲੂਤ ਔਰ ਉਸਦਾ ਜਿਹੜਾ ਪਰਿਵਾਰ ਹੈਗਾ ਸੀ ਸੋਦਮ ਨੂੰ ਹਟਣ ਜਾਣ ਤੋਂ ਉੱਥੋਂ ਜਿਹੜਾ ਝਿਜਕਦੇ ਪਏ ਸੀ। The angels physically lifted them and brought them to the outside the city. ਸਵਰਗਦੂਤ ਨੇ ਜਿਹੜਾ ਹੈਗਾ ਉਹਨਾਂ ਨੂੰ ਉਠਾ ਕੇ ਜਿਹੜਾ ਹੈਗਾ ਸਰੀਰਕ ਰੂਪ ਨਾਲ ਸ਼ਹਿਰ ਦੇ ਕੋਨੇ ਦੇ ਉੱਤੇ ਲੈ ਕੇ ਆ ਗਏ ਉਹਨਾਂ ਨੂੰ। In this condition, ਔਰ ਇਸ ਹਾਲਾਤ ਦੇ ਅੰਦਰ everything is being burnt in the back. ਉਹ ਪਿੱਛੇ ਸਭ ਜਲਦਾ ਪਿਆ ਹੈਗਾ। Lot is trying to bargain. ਲੂਤ ਜਿਹੜਾ ਹੈਗਾ ਬਾਰਗੇਨ ਕਰਦਾ ਪਿਆ ਹੈਗਾ। He thanks them for saving him and he says, I don't want to go to the mountain, let me go to the village. ਕਿ ਉਹ ਕਹਿੰਦਾ ਹੈ ਕਿ ਮੈਂ ਜਿਹੜਾ ਹੈਗਾ ਮਾਊਂਟੇਨ ਨਹੀਂ ਜਾਣਾ ਚਾਹੁੰਦਾ ਹੈਗਾ ਪਹਾੜ ਤੇ, ਲੇਕਿਨ ਮੈਨੂੰ ਇਹ ਗਾਂਵ ਚ ਜਾਣ ਦੇ। Let me go to a small town. ਇੱਕ ਛੋਟੇ ਸ਼ਹਿਰ ਜਾਣ ਦੇ। Zoar. ਜ਼ੋਆ। The name is significant. ਨਾਂ ਜਿਹੜਾ ਹੈਗਾ ਮਹੱਤਵਪੂਰਨ ਹੈ। Many times we read God's word, we don't see the significance of what has been mentioned there. ਕਈ ਵਾਰ ਪਰਮੇਸ਼ਵਰ ਦਾ ਵਚਨ ਪੜ੍ਹਦੇ ਹੋਏ ਸਾਨੂੰ ਮਹੱਤਵਪੂਰਨ ਉਹਦਾ ਨਹੀਂ ਸਮਝ ਆਉਂਦਾ ਕਿਉਂ ਮਹੱਤਤਾ ਹੈਗੀ ਹੈ। Zoar means small or little. ਜ਼ੋਆਰ ਦਾ ਅਰਥ ਹੈਗਾ ਛੋਟਾ। It may be a small town, there will not be so much sin. ਹੋ ਸਕਦਾ ਹੈ ਕਿ ਛੋਟਾ ਸ਼ਹਿਰ ਹੈਗਾ ਉੱਥੇ ਜ਼ਿਆਦਾ ਪਾਪ ਨਹੀਂ ਹੁੰਦਾ ਪਿਆ। Sometimes God doesn't prevent what you ask. ਕਈ ਵਾਰ ਹੈਗਾ ਪਰਮੇਸ਼ਵਰ ਉਸ ਚੀਜ਼ ਨੂੰ ਨਹੀਂ ਰੋਕਦੇ ਜੋ ਤੁਸੀਂ ਮੰਗਦੇ ਹੋ। Lord will allow you to continue in your sinful way. ਪਰਮੇਸ਼ਵਰ ਤੁਹਾਨੂੰ ਚੱਲਣ ਦੇਣਗੇ ਤੁਹਾਡੇ ਪਾਪੀ ਜੀਵਨ ਦੇ ਔਰ। It is easy to do what Lot did. ਇਹ ਆਸਾਨ ਹੈਗਾ ਉਹੀ ਕਰਨਾ ਜੋ ਲੂਤ ਨੇ ਕੀਤਾ। You become a Christian. ਤੁਸੀਂ ਮਸੀਹ ਬਣ ਗਏ। God begins to convict you of sins. ਪਰਮੇਸ਼ਵਰ ਤੁਹਾਨੂੰ ਜਿਹੜਾ ਹੈਗਾ ਤੁਹਾਡੇ ਪਾਪਾਂ ਦੇ ਕਾਰਨ ਝਕਝੋਰਨਾ ਸ਼ੁਰੂ ਕਰ ਦੇ। But you try to bargain with God to see if something can be left behind. ਲੇਕਿਨ ਤੁਸੀਂ ਪਰਮੇਸ਼ਵਰ ਦੇ ਨਾਲ ਜਿਹੜਾ ਹੈਗਾ ਵਿਵਾਦ ਕਰਦੇ ਹੈਗੇ ਕਿ ਕੋਈ ਚੀਜ਼ ਛੋਟੀ ਜਿਹੀ ਜਿਹੜੀ ਕਿ ਛੱਡ ਸਕਦੇ ਹੈਗੇ ਨੋ। Lord, I'll go to church on Sunday. ਪ੍ਰਭੂ ਮੈਂ ਜਿਹੜਾ ਹੈਗਾ ਕਲੀਸਿਆ ਜਿਹੜਾ ਹੈਗਾ ਚਲਾ ਜਾਵਾਂਗਾ। Rest of the week I will live like I want. ਬਾਕੀ ਦੇ ਹਫਤੇ ਜਿਹੜਾ ਹੈਗਾ ਮੈਂ ਉਸੇ ਤਰ੍ਹਾਂ ਜਿਸ ਤਰ੍ਹਾਂ ਜੀਣਾ ਚਾਹਨਾ ਜੀਵਾਂਗਾ। I want to do this, I want to do that, I want to do this. ਮੈਂ ਇਹ ਕਰਨਾ ਚਾਹਨਾ ਜਾਂ ਮੈਂ ਉਹ ਕਰਨਾ ਚਾਹਨਾ। You are trying to get the picture? ਤੁਹਾਨੂੰ ਸਮਝ ਆ ਰਿਹਾ ਹੈਗਾ? It's my way, not your way. ਇਹ ਮੇਰਾ ਜੀਵਨ ਜਿਹੜਾ ਹੈਗਾ ਤੁਹਾਡੇ ਵਕਨ ਨਹੀਂ। I'll give up Sodom, give me Zoar. ਮੈਂ ਸੋਦਮ ਛੱਡ ਦਿਆਂਗਾ ਮੈਨੂੰ ਜ਼ੋਆਰ ਦੇ ਦਿਓ। I'll give up the big sin, but let me keep this small sin. ਮੈਂ ਵੱਡਾ ਪਾਪ ਜਿਹੜਾ ਛੱਡ ਦਿਆਂਗਾ ਲੇਕਿਨ ਛੋਟਾ ਪਾਪ ਰਹਿਣ ਦਿਓ ਮੇਰੇ ਵਿੱਚ। It comes as a serious cost, my dear brothers, sisters. ਇੱਕ ਜਿਹੜਾ ਹੈਗਾ ਬਹੁਤ ਗੰਭੀਰ ਮੁੱਲ ਉਹਦਾ ਚੁਕਾਉਣਾ ਪੈਂਦਾ ਹੈ। Who can say if Lot had gone to Sodom with
Jonah to give the message of repentance. ਕੌਣ ਕੀ ਕਹਿ ਸਕਦਾ ਹੈ ਕਿ ਸੋਦਮ ਗਿਆ ਹੁੰਦਾ ਲੂਤ ਜਿਹੜਾ ਹੈਗਾ ਹੈ, ਉਹ ਮਨ ਫਿਰਾਨ ਦਾ ਜਿਹੜਾ ਹੈਗਾ ਸੰਦੇਸ਼ ਲੈ ਕੇ, ਜਿਸ ਤਰ੍ਹਾਂ ਜੋਨਾ ਨੇ ਲਿੱਤਾ ਸੀ। Maybe God would have had a revival and Sodom would be still here with us. ਹੋ ਸਕਦਾ ਹੈ ਕਿ ਪਰਮੇਸ਼ਵਰ ਨੇ ਉੱਥੇ ਰਿਵਾਈਵਲ ਕਰ ਦਿੱਤਾ ਔਰ ਸੋਦਮ ਜਿਹੜਾ ਹੈਗਾ ਨਸ਼ਟ ਨਾ ਕੀਤਾ ਗਿਆ ਹੁੰਦਾ, But Sodom was destroyed. ਲੇਕਿਨ ਸੋਦਮ ਨੂੰ ਜਿਹੜਾ ਹੈਗਾ ਨਸ਼ਟ ਕਰਤਾ ਗਿਆ। Lot lost everything. ਲੂਤ ਜਿਹੜਾ ਹੈਗਾ ਉਹ ਸਭ ਕੁਝ ਗਵਾਚਤਾ। Remember, he was as rich as Abraham at that time. ਉਸ ਵੇਲੇ ਜਿਹੜਾ ਹੈਗਾ ਉਹਨਾਂ ਅਮੀਰ ਜਿਨ ਹੈਗਾ ਸੀ ਜਿੰਨਾ ਅਬਰਾਹਮ ਹੈਗਾ ਸੀ, And he must have gained more riches in Sodom. ਔਰ ਉੱਥੇ ਜਿਹੜਾ ਹੈਗਾ ਹੋਰ ਵੀ ਪੈਸਾ ਕਮਾਇਆ ਹੋਣਾ ਉਹਨੇ ਸੋਦਮ 'ਚ। Not only that, his wife was also hesitant. ਸਿਰਫ ਉਹੀ ਨਹੀਂ, ਲੇਕਿਨ ਉਹਦੀ ਪਤਨੀ ਵੀ ਜਿਹੜੀ ਕਿ ਝਿਜਕਦੀ ਪਈ ਸੀ। She became a pillar of salt. ਉਹ ਜਿਹੜਾ ਹੈਗਾ ਇੱਕ ਸਤੰਭ ਬਣ ਗਈ ਜਿਹੜਾ ਹੈਗਾ ਸਾਲਟ ਦਾ। Now the two daughters, let us take a few minutes on them. ਥੋੜੇ ਸਮੇਂ ਦੇਖਣੇ ਹੈਗੇ ਉਹਦੀ ਬੇਟੀਆਂ ਦੇ ਉੱਤੇ। They were infected by the Sodom's moral corruption. ਉਹ ਜਿਹੜਾ ਹੈਗਾ ਜਿਹੜਾ ਅਧਰਮ ਹੈਗਾ ਸੀ ਸੋਦਮ ਦੇ ਅੰਦਰ ਜਿਹੜਾ ਹੈਗਾ, ਉਹਦੇ ਕਾਰਨ ਉਹਨਾਂ ਦੇ ਉੱਤੇ ਵੀ ਫਰਕ ਪਿਆ। The Lord took them out of Sodom, but Sodom was not removed from their hearts by the daughters. ਪਰਮੇਸ਼ਵਰ ਨੇ ਉਹਨਾਂ ਨੂੰ ਸੋਦਮ ਤੋਂ ਬਾਹਰ ਕੱਢ ਦਿੱਤਾ, ਲੇਕਿਨ ਸੋਦਮ ਉਹਨਾਂ ਦੇ ਅੰਦਰੋਂ ਨਹੀਂ ਬਾਹਰ ਕੱਢ ਸਕੇ। They had seen the filthy, corrupt lifestyle of the Sodomites. ਉਹਨਾਂ ਨੇ ਦੇਖਿਆ ਕਿ ਸੋਦਮ ਦੇ ਲੋਕਾਂ ਦਾ ਜਿਹੜਾ ਹੈਗਾ ਅਧਰਮ ਜੀਵਨ ਕਿਸ ਤਰ੍ਹਾਂ ਬਤੀਤ ਕਰਦੇ ਸੀ, And the influence had rubbed out on them. ਔਰ ਉਹਦਾ ਜਿਹੜਾ ਉਹ ਫਰਕ ਜਿਹੜਾ ਹੈਗਾ ਇਹਨਾਂ ਦੇ ਉੱਤੇ ਵੀ ਪਿਆ। You know, I thought about it. Instead of committing fornication with their father, they could have gone back to Abraham. It was a 2 days journey from Zoar to Mamre where Abraham was. ਕਿ ਆਪਣੇ ਪਿਤਾ ਦੇ ਨਾਲ ਵਿਚਾਰ ਕਰਨ ਦੇ ਬਜਾਏ ਜਿਹੜਾ ਹੈਗਾ ਉਹ ਅਬਰਾਮ ਦੇ ਕੋਲ ਜਾ ਸਕਦੇ ਸੀ ਜਿੱਥੇ ਸਿਰਫ 2 ਦਿਨ ਦਾ ਜਰਨੀ ਹੈਗੀ ਸੀ। Lot could have taken his 2 daughters, gone back to Abraham and said, see, my daughters are marriageable age. I have been bad. I have lost my life. Can we get them married? He could have said that. ਲੂਤ ਇਹ ਵੀ ਕਰ ਸਕਦਾ ਸੀ ਕਿ ਉਹ ਅਬਰਾਮ ਕੋਲ ਜਾ ਕੇ ਕਹੇ ਕਿ ਮੇਰੀ ਬੇਟੀਆਂ ਜਵਾਨ ਹੋ ਗਈਆਂ, ਸ਼ਾਦੀ ਲਾਇਕ ਹੋ ਗਈਆਂ ਹੈਗੀਆਂ। But the corruption is what caused what happened. ਲੇਕਿਨ ਅਧਰਮ ਜਿਹੜਾ ਹੈਗਾ ਉਹ ਹੋਇਆ ਇੱਥੇ। The Lot's daughters intoxicated him and committed the sin of incest. ਔਰ ਲੂਤ ਦੀ ਬੇਟੀ ਜਿਹੜੀ ਹੈਗੀਆਂ ਉਹਨਾਂ ਨੇ ਉਹਨਾਂ ਨੂੰ ਪਿਲਾ ਕੇ ਜਿਹੜਾ ਹੈਗਾ ਉਹਦੇ ਨਾਲ ਵਿਚਾਰ ਕੀਤਾ। It was not accidental. ਇਹ ਐਕਸੀਡੈਂਟ ਦੇ ਨਾਲ ਨਹੀਂ ਕੀਤਾ ਉਹਨਾਂ They ਨੇ, carefully planned their strategy. ਇਹ ਸਾਰੀ ਯੋਜਨਾ ਦੇ ਅਨੁਸਾਰ ਕੀਤੀ। It was not enough for one sin. They collaborated together. ਇਹ ਨਹੀਂ ਹੈਗਾ ਸੀ ਕਿ ਇੱਕੋ ਪਾਪ ਕਰਦੇ, ਲੇਕਿਨ ਦੋਨਾਂ ਨੇ ਰਲ ਕੇ ਕੀਤਾ। They justify their sin. Let's come to that. ਕਿ ਇਹ ਆਪਣੇ ਪਾਪ ਨੂੰ ਜਿਹੜਾ ਹੈਗਾ ਦੱਸਦੇ ਪਏ ਸੀ ਕਿ ਠੀਕ ਹੈ। They say, oh, there are no men around here ਉਹਨਾਂ ਨੇ ਕਿਹਾ ਕਿ ਇੱਥੇ ਆਦਮੀ ਕੋਈ ਨਹੀਂ ਹੈਗੇ in a village. ਗਾਂਵ ਦੇ ਅੰਦਰ, And they could have walked 2 days and they could have come to Abraham. ਔਰ 2 ਦਿਨ ਚੱਲ ਕੇ ਜਿਹੜਾ ਹੈਗਾ ਅਬਰਾਹਮ ਕੋਲ ਵੀ ਜਾ ਸਕਦੇ ਸੀ। They justified it, saying, no men around us. ਉਹਨਾਂ ਨੇ ਜਸਟੀਫਾਈ ਕੀਤਾ ਕਿ ਸਾਡੇ ਅੱਗੇ ਪਿੱਛੇ ਕੋਈ ਪੁਰਸ਼ ਨਹੀਂ ਹੈਗੇ। And it was not difficult to match the character level of Sodom, men of Sodom. ਕਿ ਸੋਦਮ ਦੇ ਲੋਕ ਜਿਹੜੇ ਹੈਗੇ ਸੀ ਉਸ ਤਰ੍ਹਾਂ ਦੇ ਅਧਰਮੀ ਲੋਕ ਪੁਰਸ਼ ਮਿਲਣਾ ਕੋਈ ਔਖਾ ਨਹੀਂ ਸੀ। Then they made it very spiritual. ਫਿਰ ਉਹਨੂੰ ਜਿਹੜਾ ਹੈਗਾ ਬੜਾ ਰੂਹਾਨੀ ਬਣਾਤਾ We have to preserve our family line. ਕਿ ਸਾਨੂੰ ਆਪਣਾ ਵੰਸ਼ ਬਚਾ ਕੇ ਰੱਖਣਾ ਹੈਗਾ। They were rationalizing this deep sin. ਇਹ ਜਿਹੜਾ ਗੂੜਾ ਜਿਹੜਾ ਪਾਪ ਹੈ ਉਹਨੂੰ ਜਿਹੜਾ ਹੈਗਾ ਰੈਸ਼ਨਲਾਈਜ਼ ਕਰਦੇ ਪਏ ਸੀ। Of course, they had learned this lifestyle from their father. ਇਹ ਚੀਜ਼ ਜਿਹੜੀ ਕਿ ਉਹਨਾਂ ਨੂੰ ਆਪਣੇ ਪਿਤਾ ਕੋਲੋਂ ਸਿੱਖੀ ਸੀ ਉਹਨਾਂ He ਨੇ। had engaged his daughters to the men of Sodom instead of going like Abraham to Nahor to find men for his daughters. ਉਹਨਾਂ ਨੇ ਜਿਹੜਾ ਹੈਗਾ ਆਪਣੀ ਬੇਟੀਆਂ ਦਾ ਵਿਆਹ ਜਿਹੜਾ ਹੈਗਾ ਸੋਦਮ ਦੇ ਲੋਕਾਂ ਦੇ ਨਾਲ ਕਰਦਾ ਪਿਆ ਸੀ ਬਨਸਪਤ ਜਿਸ ਤਰ੍ਹਾਂ ਅਬਰਾਹਮ ਨੇ ਆਪਣੇ ਵੰਸ਼ ਦੇ ਅੰਦਰ ਜਿਹੜਾ ਹੈਗਾ ਆਪਣੇ ਬੇਟੇ ਦਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ। He was ready to sacrifice his daughters to be raped. ਕਿ ਉਹ ਤਿਆਰ ਹੈਗਾ ਸੀ ਕਿ ਬਲੀਦਾਨ ਚੜਾ ਦਿੰਦਾ ਆਪਣੀ ਬੇਟੀਆਂ ਦਾ He ਵੀ। thought it's a very noble cause. ਉਹਨੂੰ ਲੱਗਿਆ ਕਿ ਬੜਾ ਹੀ ਨੈਤਿਕ ਕੰਮ ਹੈਗਾ। He disobeyed God by trying to bargain to go to Zoar instead of the mountain tops. ਕਿ ਉਹਨੇ ਜਿਹੜਾ ਹੈਗਾ ਪਰਮੇਸ਼ਰ ਦੇ ਨਾਲ ਜਿਹੜਾ ਹੈਗਾ ਬਾਰਗੇਨ ਕੀਤਾ ਕਿ ਮੈਂ ਪਹਾੜ ਦੇ ਉੱਤੇ ਬਜਾਏ ਜਿਹੜਾ ਹੈਗਾ ਮੈਂ ਜ਼ੋਰ ਚਲਾ ਜਾਵਾਂ। Never mind that God said he would keep them safe there. ਇਹ ਨਹੀਂ ਕਿ ਪਰਮੇਸ਼ਰ ਨੇ ਕਿਹਾ ਹੈਗਾ ਸੀ ਕਿ ਤੈਨੂੰ ਮੈਂ ਇੱਥੇ ਸੁਰੱਖਿਅਤ ਰੱਖਾਂਗਾ। He was rationalizing his fear with God. ਆਪਣਾ ਡਰ ਜਿਹੜਾ ਹੈਗਾ ਪਰਮੇਸ਼ਰ ਦੇ ਨਾਲ ਜਿਹੜਾ ਹੈਗਾ ਉਹ ਰੈਸ਼ਨਲਾਈਜ਼ ਕਰਦਾ ਪਿਆ His ਸੀ। daughters had learned well. ਉਹਦੀ ਬੇਟੀਆਂ ਨੇ ਅੱਛਾ ਸਿੱਖਿਆ। It never occurred to them that they could pray to God and ask God for deliverance. ਇਹ ਕਦੀ ਉਹਨਾਂ ਦੇ ਮਨ 'ਚ ਨਹੀਂ ਆਇਆ ਕਿ ਉਹ ਪਰਮੇਸ਼ਰ ਦੇ ਨਾਲ ਪ੍ਰਾਰਥਨਾ ਕਰਕੇ ਜਿਹੜਾ ਹੈ ਕਹਿ ਸਕਦੇ ਕਿ ਸਾਨੂੰ ਇੱਥੋਂ ਛੁਡਾਓ। In the whole story they never mentioned God. ਸਾਰੀ ਕਹਾਣੀ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਰ ਦਾ ਵਿਆਹ ਇੱਕ ਵਾਰ ਵੀ ਨਹੀਂ ਕਿਹਾ ਉਹਨਾਂ ਨੇ। They're never seen a pattern of prayer or lifestyle of asking God in Lot's life.
ਉਹਨਾਂ ਨੇ ਜਿਹੜਾ ਹੈਗਾ ਲੂਤ ਦੇ ਜੀਵਨ ਦੇ ਅੰਦਰ ਜਿਹੜਾ ਹੈਗਾ ਇਹ ਚੀਜ਼ ਕਦੀ ਨਹੀਂ ਦੇਖੀ ਕਿ ਤੁਸੀਂ ਪ੍ਰਾਰਥਨਾ ਕਰਦੇ ਪਏ ਹੈਗੇ ਔਰ ਪਰਮੇਸ਼ਵਰ ਕੋਲੋਂ ਕੋਈ ਚੀਜ਼ ਮੰਗਦੇ ਪਏ ਹੋ। They had never seen him wait on God for answers. ਉਹਨਾਂ ਨੇ ਕਦੀ ਦੇਖਿਆ ਨਹੀਂ ਕਿ ਉਹ ਪਰਮੇਸ਼ਵਰ ਦਾ ਇੰਤਜ਼ਾਰ ਕਰਦਾ ਪਿਆ ਹੈਗਾ ਕਿ ਉੱਤਰ ਦੇਣ ਪਰਮੇਸ਼ਵਰ। Never waited on God for any decision in his life. ਕੋਈ ਵੀ ਨਿਰਣਾ ਜਿਹੜਾ ਹੈਗਾ ਜੀਵਨ ਦੇ ਅੰਦਰ ਜਿਹੜਾ ਹੈਗਾ ਉਹਨਾਂ ਨੇ ਇੰਤਜ਼ਾਰ ਨਹੀਂ ਕੀਤਾ ਪਰਮੇਸ਼ਵਰ So the ਵਾਸਤੇ। daughters learned how to make excuses to live their life. ਤੇ ਬੇਟੀਆਂ ਨੇ ਸਿੱਖਿਆ ਕਿ ਕਿਸ ਤਰ੍ਹਾਂ ਬਾਨੇ ਮਾਰਨਾ ਹੈਗਾ ਆਪਣੇ ਜੀਵਨ ਵਾਸਤੇ। But make it sound very spiritual in the process. ਲੇਕਿਨ ਸੁਣਨ ਵਿੱਚ ਜਿਹੜਾ ਹੈਗਾ ਉਹਨੂੰ ਬੜਾ ਰੂਹਾਨੀ ਜਿਹਾ ਦਿਖਾਓ ਤੁਸੀਂ। Lot's sin spread to the daughters. ਉਹ ਲੂਤ ਦਾ ਜਿਹੜਾ ਪਾਪ ਹੈਗਾ ਉਹਨਾਂ ਦੀ ਬੇਟੀਆਂ 'ਚ ਵੀ ਆ ਗਿਆ। So did his fears. ਉਹਦੇ ਡਰ ਵੀ। He feared staying in the mountains. He asked for Zoar. ਉਹ ਜਿਹੜਾ ਹੈਗਾ ਡਰਦਾ ਹੈਗਾ ਸੀ ਕਿ ਉਹ ਪਹਾੜ 'ਚ ਨਹੀਂ ਰਹਿਣਾ ਚਾਹੁੰਦਾ ਲੇਕਿਨ ਜ਼ੁਆਰ ਮੰਗਿਆ ਉਹਨੇ। They feared, the daughters feared that they wouldn't find husbands. ਔਰ ਬੇਟੀਆਂ ਨੇ ਇਹ ਚੀਜ਼ ਡਰਿਆ ਕਿ ਵੀ ਉਹਨਾਂ ਨੂੰ ਕੋਈ ਪੁਰਸ਼ ਨਹੀਂ ਮਿਲੇਗਾ। Parents, your children are watching you. ਮਾਤਾ ਪਿਤਾ ਤੁਹਾਡੇ ਬੱਚੇ ਜਿਹੜੇ ਹੈਗੇ ਤੁਹਾਨੂੰ ਦੇਖਦੇ ਪਏ ਹੈਗੇ। What are they seeing you in relationship to God? ਉਹ ਕੀ ਦੇਖਦੇ ਪਏ ਤੁਹਾਡੇ ਅੰਦਰ ਕਿ ਤੁਹਾਡਾ ਕੀ ਨਾਤਾ ਹੈਗਾ ਪਰਮੇਸ਼ਵਰ ਦੇ Do ਨਾਲ? they see you and on your knees before God? ਕਿ ਉਹ ਦੇਖਦੇ ਕਿ ਤੁਸੀਂ ਘੁਟਨੇ ਤੇ ਹੈਗੇ ਹੋ ਪਰਮੇਸ਼ਵਰ ਦੇ ਸਾਹਮਣੇ? Do they see you praying to God? ਦੇਖਦੇ ਕਿ ਤੁਸੀਂ ਪ੍ਰਾਰਥਨਾ ਕਰਦੇ ਪਏ ਹੈਗੇ ਹੋ? Do they see you praying before you take a decision? ਉਹ ਦੇਖਦੇ ਕਿ ਤੁਸੀਂ ਪ੍ਰਾਰਥਨਾ ਕਰਦੇ ਪਏ ਹੋ ਨਿਰਣੇ Do ਲੈਣ they ਤੋਂ see ਪਹਿਲਾਂ? you reading God's word? ਦੇਖਦੇ ਕਿ ਤੁਸੀਂ ਪਰਮੇਸ਼ਵਰ ਦਾ ਵਚਨ ਪੜ੍ਹਦੇ ਪਏ ਹੋ? Do they see you talking to them from God's word? ਉਹ ਕੀ ਤੁਹਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਤੋਂ ਤੁਹਾਡੇ ਨਾਲ ਗੱਲਾਂ ਕਰਦੇ ਪਏ ਹੈਗੇ? You see, they didn't even fear the Lord after what they saw about Sodom. ਉਹਨਾਂ ਨੇ ਪਰਮੇਸ਼ਵਰ ਦਾ ਡਰ ਤਾਂ ਵੀ ਰੱਖਿਆ ਜੋ ਦੇਖਿਆ ਉਹਨਾਂ ਨੇ ਸੋਦਮ ਨੂੰ ਹੋਇਆ। You know, they preserved their family and the father's sins. ਉਹਨਾਂ ਨੇ ਜਿਹੜਾ ਹੈਗਾ ਆਪਣਾ ਵੰਸ਼ ਜਿਹੜਾ ਹੈਗਾ ਔਰ ਆਪਣੇ ਪਿਤਾ ਦੇ ਪਾਪ ਜਿਹੜੇ ਹੈਗੇ ਉਹਨਾਂ ਨੇ ਬਚਾਏ ਰੱਖੇ। We cannot compromise with the standard of the world. ਅਸੀਂ ਦੁਨੀਆ ਦੇ ਸਤਰ ਦੇ ਨਾਲ ਜਿਹੜਾ ਹੈਗਾ ਸਮਝੌਤਾ ਨਹੀਂ ਕਰ ਸਕਦੇ। It's a true story of a believer. ਇੱਕ ਵਿਸ਼ਵਾਸੀ ਦੀ ਜਿਹੜੀ ਸੱਚੀ ਕਹਾਣੀ ਹੈ। He tried to gain it all but lost it all. ਉਹ ਸਭ ਕੁਝ ਜਿਹੜਾ ਹੈਗਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸਭ ਕੁਝ ਗਵਾਤਾ। He gained the whole world ਸਾਰੀ ਦੁਨੀਆ ਉਹਨੂੰ ਮਿਲ ਗਈ but lost everything. ਲੇਕਿਨ ਸਭ ਕੁਝ ਗਵਾਚਤਾ। His family lives, everything was wasted. ਉਹਦਾ ਪਰਿਵਾਰ ਦਾ ਜਿਹੜਾ ਹੈਗਾ ਔਰ ਜੀਵਨ ਜਿਹੜਾ ਹੈਗਾ ਸਭ ਕੁਝ ਖਤਮ ਹੋ ਗਿਆ। Next day morning, Abraham looked towards Sodom. ਅਗਲੇ ਦਿਨ ਸਵੇਰੇ ਜਿਹੜਾ ਹੈਗਾ ਸੋਦਮ ਦੀ ਔਰ ਨਜ਼ਰ ਕੀਤੀ ਅਬਰਾਮ ਨੇ। Smoke is rising. ਧੂਆਂ ਉੱਠਦਾ ਪਿਆ। I think he must be thinking, what a waste. ਉਹਨੂੰ ਲੱਗਦਾ ਹੋਣਾ ਹੈ ਕਿ ਕੀ ਕਿੰਨਾ ਖਰਾਬ ਹੋਇਆ। Listen to this one truth in the story of Lot. ਲੋਤ ਦੀ ਕਹਾਣੀ ਦੇ ਅੰਦਰ ਜਿਹੜਾ ਹੈਗਾ ਇਹ ਸੱਤ ਦੇਖੋ। Listen to me carefully, parents, Christians, listen to me. ਧਿਆਨ ਨਾਲ ਸੁਣੋ ਮਾਤਾ ਪਿਤਾ ਜਿਹੜੇ ਹੈਗੇ ਔਰ ਮਸੀਹੀ ਲੋਕ। Before destruction of Sodom, ਸੋਦਮ ਨੂੰ ਨਸ਼ਟ ਕਰਨ ਤੋਂ ਪਹਿਲਾਂ God came to Abraham and had a meal with him. ਔਰ ਪਰਮੇਸ਼ਰ ਜਿਹੜਾ ਹੈਗਾ ਅਬਰਾਹਮ ਕੋਲ ਆਏ ਔਰ ਉਹਦੇ ਨਾਲ ਖਾਣਾ ਖਾਦਾ। God came and had a meal with Abraham. ਆ ਕੇ ਜਿਹੜਾ ਹੈਗਾ ਉਹਨਾਂ ਨੇ ਖਾਣਾ ਖਾਇਆ How ਅਬਰਾਹਮ many ਨਾਲ। of you have read this story? ਕਿਹਨਾਂ ਨੇ ਕਹਾਣੀ ਸੁਣ ਪੜ੍ਹੀ ਹੈਗੀ ਹੈ? Genesis 18. ਉਤਪਤੀ 18। It's truly a picture of Christians today. ਇਹ ਦਰਸ਼ਨ ਹੈਗਾ ਮਸੀਹਾਂ ਦਾ ਅੱਜ। Listen to me carefully. ਧਿਆਨ ਨਾਲ ਸੁਣੋ। Okay, don't miss this. Lot was righteous as per the Bible. ਲੋਤ ਜਿਹੜਾ ਹੈਗਾ ਧਰਮੀ ਹੈਗਾ ਸੀ ਬਾਈਬਲ ਦੇ ਅਨੁਸਾਰ। We are called the righteousness of God because of the sacrifice of Lord Jesus Christ. ਅਸੀਂ ਵੀ ਜਿਹੜਾ ਹੈਗਾ ਧਰਮੀ ਠਹਿਰਾਏ ਗਏ ਹੈਗੇ ਜੋ ਬਲੀਦਾਨ ਪ੍ਰਭੂ ਯਿਸੂ ਨੇ ਕੀਤਾ। How many of us have God's visitation to have a meal with us? ਕਿੰਨੇ ਹੈਗੇ ਕਿ ਪਰਮੇਸ਼ਰ ਸਾਡੇ ਕੋਲ ਆਂਦੇ ਹੈਗੇ ਖਾਣਾ ਖਾਣ ਵਾਸਤੇ? What is missing? ਕੀ ਚੀਜ਼ ਖਤਮ ਹੈਗੀ ਸਾਡੇ ਕੋਲ? Lot did not have a relationship with God. Abraham had a relationship with God. It's simple. ਸਧਾਰਨ ਚੀਜ਼ ਹੈਗੀ ਕਿ ਲੋਤ ਜਿਹੜਾ ਹੈਗਾ ਉਹਦਾ ਨਾਤਾ ਨਹੀਂ ਸੀ ਪਰਮੇਸ਼ਰ ਦੇ ਨਾਲ ਲੇਕਿਨ ਅਬਰਾਹਮ ਦਾ ਸੀ। The Bible says he is the same yesterday, today, forever. ਬਾਈਬਲ ਦੇ ਅੰਦਰ ਲਿਖਿਆ ਕਿ ਪਰਮੇਸ਼ਰ ਜਿਹੜਾ ਹੈਗਾ ਕੱਲ ਅੱਜ ਔਰ ਕੱਲ ਜਿਹੜਾ ਹੈਗਾ ਇਹ ਵੱਖਰੇ ਨਹੀਂ ਹੈਗੇ। I challenge you today. ਮੈਂ ਇਹਨੂੰ ਚੈਲੰਜ ਕਰਨਾ ਤੁਹਾਨੂੰ। Have a relationship like Abraham. He will walk into your house and have a meal with you. ਜੇ ਤੁਸੀਂ ਨਾਤਾ ਜਿਹੜਾ ਹੈਗਾ ਅਬਰਾਹਮ ਵਾਕਨ ਨੂੰ ਰੱਖੋਗੇ ਪਰਮੇਸ਼ਰ ਦੇ ਨਾਲ ਤੇ ਉਹ ਤੁਹਾਡੇ ਕੋਲ ਆ ਕੇ ਖਾਣਾ ਖਾਣਗੇ। If not, you will be like Lot, righteous but lose everything. ਜੇ ਨਹੀਂ ਤਾਂ ਤੁਸੀਂ ਲੂਤ ਵਕਨ ਹੋਵੋਗੇ ਕਿ ਤੁਸੀਂ ਧਰਮੀ ਹੋ ਲੇਕਿਨ ਸਭ ਕੁਝ ਗਵਾਚ ਦਿਓਗੇ। Lot is an example of what our future is going to be.
ਲੂਤ ਜਿਹੜਾ ਹੈਗਾ ਇੱਕ ਉਦਾਹਰਣ ਹੈਗਾ ਕਿ ਸਾਡਾ ਭਵਿੱਖ ਕਿਵੇਂ ਜਿਹਾ ਹੋ ਸਕਦਾ ਹੈ। Ravenhill has said like this. ਰੈਵਨਿਲ ਨੇ ਇਸ ਤਰ੍ਹਾਂ ਕਿਹਾ, He's one of my favorite authors. ਮੇਰੇ ਫੇਵਰਿਟ ਲੇਖਕ ਹੈਗੇ, He said like this. ਹੈ ਨਾ, ਇਸ ਤਰ੍ਹਾਂ ਕਿਹਾ ਉਹਨਾਂ ਨੇ, The greatest miracle God can do today ਸਭ ਤੋਂ ਵੱਡਾ ਚਮਤਕਾਰ ਜਿਹੜਾ ਪਰਮੇਸ਼ਵਰ ਅੱਜ ਕਰ ਸਕਦੇ ਹੈਗੇ is to take an unholy man out of an unholy world ਇੱਕ ਅਧਰਮੀ ਇਨਸਾਨ ਨੂੰ ਜਿਹੜਾ ਹੈਗਾ ਧਰਮੀ ਦੁਨੀਆ ਤੋਂ ਬਾਹਰ ਕੱਢ ਕੇ and make a man holy and put him back in that unholy world and keep him holy in it. ਕਿ ਉਹਨੂੰ ਜਿਹੜਾ ਹੈਗਾ ਪਵਿੱਤਰ ਕਰਕੇ ਦੁਨੀਆ ਅਪਵਿੱਤਰ ਦੁਨੀਆ ਦੇ ਅੰਦਰ ਲੈ ਜਾ ਕੇ ਅਧਰਮੀ ਦੁਨੀਆ ਤੇ ਲਿਆ ਕੇ ਉਹਨੂੰ ਪਵਿੱਤਰ ਰਹਿਣ ਦੇਣ। That is the greatest miracle. ਇਹ ਸਭ ਤੋਂ ਵੱਡਾ ਚਮਤਕਾਰ ਹੈਗਾ। Conclusion, I want to say this. ਅੰਤ ਦੇ ਅੰਦਰ ਮੈਂ ਇਹ ਕਹਿਣਾ ਚਾਹੁੰਦਾ, For the Christian, the choice is clear. ਮਸੀਹ ਵਾਸਤੇ ਜਿਹੜਾ ਹੈਗਾ ਚੁਣਨਾ ਸਾਫ਼ ਹੈ। To avoid worldliness, we must mature in faith, grow in all the things of Christ. ਦੁਨਿਆਵੀਪਨ ਨੂੰ ਤੋਂ ਬਚਣ ਵਾਸਤੇ ਸਾਨੂੰ ਜਿਹੜਾ ਹੈਗਾ ਸਾਰੀ ਚੀਜ਼ਾਂ ਜਿਹੜੀ ਮਸੀਹਤ ਵਿੱਚ ਹੈਗੀਆਂ ਉਹਨਾਂ 'ਚ ਵਧਣਾ ਚਾਹੀਦਾ। We must not be tossed to and fro by these worldly things. ਇਹ ਦੁਨੀਆ ਚੀਜ਼ਾਂ ਦੇ ਨਾਲ ਜਿਹੜਾ ਹੈ ਸਾਨੂੰ ਆਲੇ ਦੁਆਲੇ ਜਿਹੜਾ ਹੈਗਾ ਇੱਧਰ ਉੱਧਰ ਗਿਰਨਾ ਨਹੀਂ ਚਾਹੀਦਾ। We must come to know the difference between the wisdom of God and the foolishness and the wisdom of the world. ਸਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੀ ਬੁੱਧੀ ਔਰ ਦੁਨਿਆਵੀਪਨ ਦੀ ਬੁੱਧੀ ਜਿਹੜੀ ਹੈ ਉਹ 'ਚ ਅੰਤਰ ਕਰਨਾ ਜ਼ਰੂਰੀ ਹੈ। As I spoke in the last 2-3 messages, the fear of the Lord is the beginning of wisdom. ਜਿਸ ਤਰ੍ਹਾਂ ਪਿਛਲੇ 2-3 ਸੰਦੇਸ਼ਾਂ ਦੇ ਅੰਦਰ ਮੈਂ ਕਿਹਾ ਹੈਗਾ ਕਿ ਪਰਮੇਸ਼ਵਰ ਦਾ ਡਰ ਜਿਹੜਾ ਹੈਗਾ ਸ਼ੁਰੂਆਤ ਹੈਗੀ ਹੈ ਬੁੱਧੀ ਦਾ। I believe one reason why the church at this present time has so little influence on the world ਮੈਂ ਸਮਝਦਾ ਹੈਗਾ ਕਿ ਅੱਜ ਦੀ ਤਾਰੀਖ ਦੇ ਅੰਦਰ ਜਿਹੜਾ ਹੈਗਾ ਪ੍ਰਭਾਵ ਜਿਹੜਾ ਹੈਗਾ ਕਲੀਸਿਆ ਦਾ ਦੁਨੀਆ ਦੇ ਉੱਤੇ ਘੱਟ ਹੈਗਾ ਬਹੁਤ। ਕਿਉਂ? because the world has so much influence over the church. ਕਿਉਂਕਿ ਦੁਨੀਆ ਦਾ ਜਿਹੜਾ ਹੈਗਾ ਪ੍ਰਭਾਵ ਕਲੀਸਿਆ ਦੇ ਉੱਤੇ ਬਹੁਤ ਜ਼ਿਆਦਾ ਹੈਗਾ। There was a man called Horatius Bonar. ਹੋਰੇਸ਼ੀਅਸ ਬੋਨਾਰ ਨਾਂ ਦਾ ਇੱਕ ਆਦਮੀ ਹੁੰਦਾ ਸੀ। He was in England in the 1800s. 1800 ਸਦੀ ਦੇ ਅੰਦਰ ਜਿਹੜਾ ਹੈਗਾ ਇੰਗਲੈਂਡ 'ਚ ਸੀ। He wrote 140 hymns 140 ਗਾਣੇ ਲਿਖੇ ਉਹਨੇ and many books. ਬੜੀਆਂ ਕਿਤਾਬਾਂ। But one quote I want to give from him. ਉਹਦਾ 'ਚੋਂ ਮੈਂ ਇੱਕ ਕੋਟ ਜਿਹੜਾ ਹੈਗਾ ਲੇਖ ਦੱਸਣਾ He ਚਾਹੁੰਦਾ। said, I looked for the church. ਮੈਂ ਕਲੀਸਿਆ ਨੂੰ ਦੇਖਿਆ, I found it in the world. ਮੈਨੂੰ ਦੁਨੀਆ 'ਚ ਨਜ਼ਰ ਆਈ। I looked for the world ਮੈਂ and I found it in the church. ਮੈਂ ਦੁਨੀਆ ਨੂੰ ਦੇਖਾ ਔਰ ਮੈਨੂੰ ਕਲੀਸਿਆ ਦੇ ਅੰਦਰ ਨਜ਼ਰ ਆਈ। I looked for the church and I found it in the world. ਮੈਂ ਕਲੀਸਿਆ ਨੂੰ ਲੱਭਿਆ ਤੇ ਦੁਨੀਆ 'ਚ ਹੈਗੀ ਸੀ ਉਹ। I looked for the world and I found it in the church. ਔਰ ਮੈਂ ਦੁਨੀਆ ਨੂੰ ਦੇਖਿਆ ਤੇ ਮੈਨੂੰ ਕਲੀਸਿਆ ਦੇ ਅੰਦਰ ਨਜ਼ਰ ਆਈ। I like to close with one more quote from Ravenhill. ਇਹ ਰੈਵਨਹਿਲ ਤੋਂ ਇੱਕ ਹੋਰ ਲੇਖ ਮੈਂ ਦੱਸਣਾ ਚਾਹੁੰਦਾ। He said this. ਇਸ ਤਰ੍ਹਾਂ ਕਿਹਾ ਉਹਨਾਂ ਨੇ, The early church was married to poverty, prisons and persecutions. ਸ਼ੁਰੂਆਤ ਦੀ ਜਿਹੜੀ ਕਲੀਸਿਆ ਹੈਗੀ ਸੀ ਉਹਨਾਂ ਦਾ ਵਿਆਹ ਹੋਇਆ ਸੀ ਦਰਿਦਰਤਾ ਦੇ ਨਾਲ, ਜੇਲਾਂ ਦੇ ਨਾਲ ਔਰ ਅਤਿਆਚਾਰ ਦੇ ਨਾਲ। Today the church is married to prosperity, personality and popularity. ਔਰ ਅੱਜ ਕੱਲ੍ਹ ਜਿਹੜਾ ਹੈਗਾ ਮਸ਼ਹੂਰ ਹੋਣਾ ਔਰ ਪੈਸੇ ਦੇ ਨਾਲ ਜਿਹੜਾ ਹੈਗਾ ਉਹਦੇ ਨਾਲ ਵਿਆਹ ਹੋਇਆ ਹੈ ਕਲੀਸਿਆ ਦਾ। Take care of worldliness. ਦੁਨਿਆਵੀ ਚੀਜ਼ਾਂ ਦੇ ਨਾਲ ਧਿਆਨ ਰੱਖੋ ਉਹਨਾਂ ਦਾ। Worldliness is such a respectable sin. ਇੱਕ ਬਹੁਤ ਆਦਰਨੀय ਪਾਪ ਹੈਗਾ ਹੈ। Many times we live this life and think we are very respectable Christians. ਕਈ ਵਾਰੀ ਇਹੋ ਜਿਹਾ ਜੀਵਨ ਬਤੀਤ ਕਰਨੇ ਔਰ ਸਾਨੂੰ ਲੱਗਦਾ ਹੈ ਕਿ ਅਸੀਂ ਬੜੇ ਆਦਰਨੀय ਮਸੀਹ ਹੈਗੇ ਹਾਂ। Don't be deceived. ਧੋਖੇ 'ਚ ਨਾ ਰਹੋ। Worldliness will cause you to move far away from God. ਦੁਨਿਆਵੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਪਰਮੇਸ਼ਵਰ ਦੀ ਚੀਜ਼ਾਂ ਤੋਂ ਦੂਰ ਲੈ ਜਾਵੇਗੀ। Your children are looking at you parents. ਮਾਤਾ ਪਿਤਾ ਤੁਹਾਡੇ ਬੱਚੇ ਤੁਹਾਨੂੰ ਦੇਖਦੇ ਪਏ ਹੈਗੇ। How is your relationship with God? ਤੁਹਾਡਾ ਪਰਮੇਸ਼ਵਰ ਦੇ ਨਾਲ ਨਾਤਾ ਕੀ ਹੈ? Do you panic at every crisis? ਹਰ ਇੱਕ ਮੁਸ਼ਕਿਲ ਦੇ ਅੰਦਰ ਜਿਹੜਾ ਤੁਸੀਂ ਹਤਾਸ਼ ਹੋ ਜਾਂਦੇ ਹੋ? Do you follow what the world is doing? ਤੁਸੀਂ ਉਹੀ ਚੀਜ਼ਾਂ ਦੇ ਪਿੱਛੇ ਚੱਲਦੇ ਹੋ ਜਿਹੜੇ ਦੁਨੀਆ ਚੱਲਦੀ ਹੈ? Is your lifestyle the same as the worldly lifestyle? ਤੁਹਾਡਾ ਜੀਵਨ ਬਤੀਤ ਕਰਨਾ ਜਿਹੜਾ ਹੈਗਾ ਬਿਲਕੁਲ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਦੁਨੀਆ ਦੇ ਲੋਕ ਕਰਦੇ। Because sin is going to be transferred. ਕਿਉਂਕਿ ਪਾਪ ਜਿਹੜਾ ਹੈਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਏਗਾ। They will do exactly what you have been doing. ਉਹੀ ਤੁਹਾਡੀ ਸੰਤਾਨ ਵੀ ਇਹੀ ਕਰਨਗੇ ਜੋ ਤੁਸੀਂ ਕਰਦੇ ਹੋ। So it is not too late. Repent. ਬਹੁਤ ਦੇਰ ਨਹੀਂ ਹੋਈ ਹੈ, ਮਨ ਫਿਰਾਓ। Get out of this worldliness. ਇਹ ਦੁਨਿਆਵੀ ਚੀਜ਼ਾਂ ਤੋਂ ਬਾਹਰ ਕੱਢੋ। As it says in Romans 12:2, do not be conformed to this world, but be transformed by the renewing of your mind. Renewing of the mind comes from the perfect will of God, that is the word of God. ਰੋਮੀਓ 12:2 ਦੇ ਅੰਦਰ ਵੀ ਲਿਖਿਆ ਹੈ ਕਿ ਤੁਸੀਂ ਆਪਣੀ ਬੁੱਧੀ ਨੂੰ ਜਿਹੜਾ ਹੈਗਾ ਨਏ ਚਾਲ ਚੱਲਣ ਦੇ ਅਨੁਸਾਰ ਜਿਹੜਾ ਹੈਗਾ ਬਦਲੋ ਔਰ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਉਹੀ ਤੁਹਾਨੂੰ ਉਸ ਪਾਸੇ ਲੈ ਕੇ ਜਾਏਗਾ। Follow Lord Jesus Christ. ਪ੍ਰਭੂ ਯਿਸੂ ਦੇ ਪਿੱਛੇ ਚੱਲੋ। You are here with a mission. ਤੁਹਾਨੂੰ ਇੱਥੇ ਇੱਕ ਮਕਸਦ ਦੇ ਨਾਲ ਭੇਜਿਆ ਗਿਆ To display the power of God. ਕਿ ਪਰਮੇਸ਼ਵਰ ਦੇ ਸਾਮਰਥ ਨੂੰ ਜਿਹੜਾ ਹੈਗਾ ਤੁਸੀਂ ਪ੍ਰਕਾਸ਼ਿਤ ਕਰੋ। To show the power of God. ਪਰਮੇਸ਼ਵਰ ਦੇ ਸਾਮਰਥ ਨੂੰ ਦਿਖਾਓ। Do not be distinct in the world. ਦੁਨੀਆ ਦੇ ਅੰਦਰ ਵੱਖਰੇ ਬਣੋ। Be in the world, but do not be of the world. ਦੁਨੀਆ ਦੇ ਅੰਦਰ ਰਹੋ ਲੇਕਿਨ ਦੁਨੀਆ ਵਾਕਨ ਨਾ ਬਣੋ।
look at the signs of worldliness. ਦੁਨਿਆਵੀ ਚੀਜ਼ਾਂ ਦੇ ਜਿਹੜੇ ਹੈਗੇ ਦੁਨੀਆਪਨ ਦੇ ਜਿਹੜੇ ਹੈਗੇ ਚਿੰਨ੍ਹ ਦੇਖੋ Maybe areas where we have compromised. ਇਹ ਕਿੱਥੇ ਤੁਸੀਂ ਸਮਝੌਤਾ ਕੀਤਾ ਦੁਨੀਆ ਦੇ ਨਾਲ Let us repent. ਔਰ ਮਨ ਫਿਰਾਓ If you don't know Christ, today is the day to accept Him. ਜੇ ਤੁਸੀਂ ਪ੍ਰਭੂ ਯਿਸੂ ਨੂੰ ਨਹੀਂ ਜਾਣਦੇ ਤੇ ਅੱਜ ਸਵੀਕਾਰ ਕਰੋ You can start a life today. ਤੁਸੀਂ ਅੱਜ ਜੀਵਨ ਸ਼ੁਰੂ ਕਰ ਸਕਦੇ The ਹੋ life that Christ gives will transform your life. ਜੋ ਜੀਵਨ ਜਿਹੜਾ ਹੈਗਾ ਪ੍ਰਭੂ ਦਿੰਦੇ ਹੈਗੇ ਤੁਹਾਨੂੰ ਪਰਿਵਰਤਿਤ ਕਰ ਦੇਣਗੇ Let's bow our head and close our eyes. If you have been infected by the sin of worldliness, ਜੇ ਤੁਹਾਡੇ ਅੰਦਰ ਪਾਪ ਜਿਹੜਾ ਹੈਗਾ ਹੈ ਦੁਨਿਆਵਾ ਦਾ ਅੰਦਰ ਆ ਗਿਆ ਹੈਗਾ it is time to repent. ਇਹ ਸਮੇਂ ਹੈ ਮਨ ਫਿਰਾਉਣ ਦਾ It is time to repent. ਇਹ ਸਮੇਂ ਮਨ ਫਿਰਾਉਣ ਦਾ Change by reading God's word. ਬਦਲੋ ਆਪਣੇ ਆਪ ਨੂੰ ਪਰਮੇਸ਼ਵਰ ਦਾ ਵਚਨ ਪੜ੍ਹ ਕੇ If you don't have a habit of reading God's word, your mind is not renewed. ਜੇ ਤੁਹਾਡੀ ਆਦਤ ਨਹੀਂ ਹੈਗੀ ਪਰਮੇਸ਼ਵਰ ਦੇ ਵਚਨ ਪੜ੍ਹਨ ਦੀ ਤਾਂ ਤੁਹਾਡਾ ਦਿਮਾਗ ਜਿਹੜਾ ਹੈਗਾ ਪਰਿਵਰਤਿਤ ਨਹੀਂ ਹੋਏਗਾ It is not been renewed. ਇਹ ਬਦਲਦਾ ਨਹੀਂ ਰਹੇਗਾ It means you are still worldly. ਇਹਦਾ ਮਤਲਬ ਹੈ ਕਿ ਤੁਸੀਂ ਹੁਣੇ ਵੀ ਦੁਨਿਆਵੀ ਹੋ The sin of worldliness is prevalent. ਦੁਨਿਆਵੀਪਨ life. ਜਿਹੜਾ ਹੈ, ਤੁਹਾਡੇ ਜੀਵਨ ਦੇ ਅੰਦਰ ਦੁਨਿਆਵੀਪਨ ਜਿਹੜਾ ਹੈਗਾ ਹੁਣੇ ਵੀ ਵੱਧਦਾ ਪਿਆ ਹੈਗਾ It's time to repent. ਇਹ ਸਮੇਂ ਹੈ ਮਨ ਫਿਰਾਉਣ ਦਾ It is a very respectable sin. People don't think it is a very bad thing. ਇਹ ਬੜਾ ਆਦਰਨੀय ਪਾਪ ਮੰਨਿਆ ਜਾਂਦਾ ਹੈ ਲੋਕੀ ਨਹੀਂ ਸਮਝਦੇ ਬੜਾ ਬੁਰਾ ਹੈ Let us together work. ਇਕੱਠੇ ਮਿਲ ਕੇ ਕੰਮ ਕਰੀਏ Individually and as a group, let us work together to eradicate the sin of worldliness. ਵੱਖਰੇ ਵੱਖਰੇ ਵੀ ਔਰ ਇਕੱਠੇ ਮਿਲ ਕੇ ਜਿਹੜਾ ਹੈਗਾ ਹੈ, ਇਹ ਦੁਨਿਆਵੀਪਨ ਦਾ ਪਾਪ ਨਿਕਾਲੇ ਆਪਣੇ ਜੀਵਨ ਤੋਂ Thank you, Father. Thank you, Lord. We give you glory. We commit this, what I have spoken, into your hands, Lord. I pray that this will bear witness in every heart here, Lord, that their lives will be transformed by the word of God. Lord, it is not my words, it is not what I preach. It is your conviction, your voice, Lord, Holy Spirit, that can change people. I pray that this will be convicted in each life, Lord Jesus, that every life will be transformed. I bless them in the name of Jesus. Thank you, Father. Thank you, Lord. We give you glory. Thank you, Father. I commit them into your hands, Lord Jesus. It says, love not the world, neither the things of the world. I pray that this will become a reality in everybody's life. I bless them. I give you glory. In the name of our Lord Jesus, we pray. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen. Have a wonderful week. God bless you.